ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕੁਲਵੰਤ ਸਿੰਘ। ਖਬਰਾਂ ਦੀ ਖਬਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਮੌਜੂਦ ਰਹਿਣਗੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਸੂਬਾ ਦੇ ਮੁੱਖ ਬੁਲਾਰੇ, ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰਸਟ ਨਾਭਾ ਦੇ ਤੇ ਸੂਬੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕਾਰਜਕਾਰਨੀ ਹੈਗੀ ਆ, ਜਿਹੜਾ ਮੁੱਖ ਜਿਹੜੇ ਅਹੁਦੇਦਾਰ ਨੇ ਉਹਨਾਂ ਦੇ ਵਿੱਚੋਂ ਇੱਕ ਨੇ ਭੁਪੇਸ਼ ਅਗਰਵਾਲ। ਆਪਾਂ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੇ ਜਿਹੜੇ ਅਬੋਹਰ ਦੇ ਵਿਧਾਇਕ ਨੇ ਅਰੁਣ ਨਾਰੰਗ, ਉਹਨਾਂ ਦੇ ਉੱਤੇ ਜੋ ਹਮਲਾ ਹੋਇਆ ਉਸ ਤੋਂ ਬਾਅਦ ਦੀ ਜਿਹੜੀ ਰਾਜਨੀਤੀ ਆ ਉਹ ਸਿੱਧੀ ਦੀ ਸਿੱਧੀ ਕਾਂਗਰਸ ਵੱਲ ਕਿਉਂ ਮੁੜ ਗਈ ਹੈ। ਪੁਲਿਸ ਵੀ ਇਹ ਕਹਿ ਰਹੀ ਹੈ ਕਿ ਇਹ ਕੰਮ ਕਿਸਾਨਾਂ ਵੱਲੋਂ ਕੀਤਾ ਗਿਆ ਤੇ ਸਪਸ਼ਟ ਤੌਰ ਦੇ ਉੱਤੇ ਦਿਖ ਰਿਹਾ ਕਿ ਕਿਸਾਨ ਅਹੁਦੇਦਾਰ ਨੇ, ਉੱਥੇ ਕਿਸਾਨ ਜਥੇਬੰਦੀਆਂ ਦੇ ਅਹੁਦੇਦਾਰ ਨੇ ਜਿਨ੍ਹਾਂ ਵੱਲੋਂ ਇਹ ਹਮਲਾ ਕਰਨ ਦੇ ਜਿਹੜੇ ਦੋਸ਼ ਲੱਗੇ ਨੇ, ਪਰਚੇ ਵੀ ਦਰਜ ਹੋਏ ਨੇ। ਲੇਕਿਨ ਇੱਕ ਵੀ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਅਹੁਦੇਦਾਰ ਇਹ ਮੰਨਣ ਨੂੰ ਤਿਆਰ ਨਹੀਂ ਹੈ ਕਿ ਇਹ ਕੰਮ ਕਿਸਾਨਾਂ ਵੱਲੋਂ ਕੀਤਾ ਗਿਆ। ਨਾਲ ਮੌਜੂਦ ਨੇ, ਸਵਾਲ ਸਾਡੇ, ਜਵਾਬ ਇਹਨਾਂ ਦੇ। ਅਗਰਵਾਲ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਦੇ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਸਾਡੇ ਅਬੋਹਰ ਦੇ MLA ਸ਼੍ਰੀ ਅਰੁਣ ਨਾਰੰਗ ਜੀ ਦੇ ਉੱਤੇ ਜਿਹੜਾ ਇਹ ਕਾਤਲਾਨਾ ਹਮਲਾ ਹੋਇਆ ਹੈ, ਲੋਕਤੰਤਰ ਦਾ ਘਾਣ ਹੋਇਆ ਹੈ, ਲੋਕਤੰਤਰ ਦੀ ਹੱਤਿਆ ਹੋਈ ਹੈ, ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦੇ ਮਾਧਿਅਮ ਤੇ ਤੁਸੀਂ ਵੀ ਨਿੰਦਾ ਕਰਦੇ ਹੋ, ਮੈਂ ਵੀ ਨਿੰਦਾ ਕਰਦਾ। ਬਿਲਕੁਲ ਨਿੰਦਣਯੋਗ ਹੈ ਜੀ। ਦੂਜੀ ਗੱਲ ਇਹ ਹੈ, ਇਹ ਸਵਾਲ ਇਹ ਨਹੀਂ ਹੈ ਕਿ ਇਹ ਭਾਰਤੀ ਜਨਤਾ ਪਾਰਟੀ ਦਾ MLA ਹੈ। ਸਵਾਲ ਇਹ ਹੈ ਕਿ ਇੱਕ ਜਨਤਾ ਦੁਆਰਾ, ਲੋਕਾਂ ਦੁਆਰਾ ਚੁਣਿਆ ਹੋਇਆ ਨੁਮਾਇੰਦਾ, ਚੁਣੇ ਹੋਏ ਨੁਮਾਇੰਦੇ ਨਾਲ ਜਿਨ੍ਹਾਂ ਲੋਕਾਂ ਨੇ ਵੋਟ ਪਾਈ ਹੈ, ਉਹ ਸਾਰਿਆਂ ਦੇ ਮੂੰਹ ਦੇ ਉੱਤੇ ਕਲੰਕ ਹੈ। ਅਗਰ ਕੋਈ ਸਾਡਾ ਜਿੱਤਿਆ ਹੋਇਆ ਇਲੈਕਟਿਡ MLA, he may belongs to any party, he is not safe, there is no government at Punjab। ਤੁਸੀਂ ਮੈਨੂੰ ਪੁੱਛਿਆ ਵੀ ਸਿੱਧਾ ਇਹਦਾ ਤੁਸੀਂ ਕਾਂਗਰਸ ਤੇ ਐਲੀਗੇਸ਼ਨ ਕਿਉਂ ਲਾ ਰਹੇ ਹੋ। ਮੈਂ ਕਾਂਗਰਸ ਤੇ ਐਲੀਗੇਸ਼ਨ ਇਸ ਕਰਕੇ ਲਗਾ ਰਿਹਾ, ਪੰਜਾਬ ਪੁਲਿਸ ਵੀ ਤੁਸੀਂ ਕਿਹਾ ਉਹ ਕਹਿੰਦੀ ਹੈ ਕਿਸਾਨ ਨੇ, ਮੈਂ ਤੁਹਾਡੇ ਦੋਨੋਂ ਸਵਾਲ ਕਰਕੇ ਜਵਾਬ ਦੇ ਜੀ। ਕਾਰਨ ਇਹ ਹੈ, ਪੰਜਾਬ ਦੇ ਵਿੱਚ ਜਿਹੜਾ ਇਸ ਟਾਈਮ ਕਾਂਗਰਸ ਦਾ ਰਾਜ ਹੈ, ਜੀ ਕਾਂਗਰਸ ਦੀ ਸਰਕਾਰ ਹੈ, ਜੀ, ਮੁੱਖ ਮੰਤਰੀ ਸਾਡੇ ਕੈਪਟਨ ਅਮਰਿੰਦਰ ਸਿੰਘ ਜੀ ਨੇ, ਜੀ ਇਹ 2-3 ਵਾਰ ਪਹਿਲਾਂ ਵੀ ਹੋ ਚੁੱਕਿਆ। ਜੀ। ਅਗਰ ਪ੍ਰਸ਼ਾਸਨ, ਐਡਮਿਨਿਸਟ੍ਰੇਸ਼ਨ ਦਰੁਸਤ ਹੋਵੇ, ਚੁਸਤ ਹੋਵੇ, ਐਕਟਿਵ ਹੋਵੇ ਤਾਂ ਐਸੀਆਂ ਘਟਨਾ ਵਾਪਰਦੀਆਂ ਹੀ ਨਹੀਂ। ਬਾਕੀ ਕਿਸਾਨ ਜਿਹੜੇ ਤੁਸੀਂ ਗੱਲ ਕਹਿ ਰਹੇ ਹੋ, ਸਾਡੀ ਪਾਰਟੀ ਨਾ ਕਦੀ ਕਿਸਾਨਾਂ ਦੇ ਵਿਰੁੱਧ ਸੀ, ਨਾ ਹੈ, ਨਾ ਰਹੇਗੀ। ਕਿਸਾਨ ਭਰਾ ਕੇਵਲ ਆਪਣੀ ਪ੍ਰਜਾਤੰਤਰ ਡੈਮੋਕ੍ਰੇਸੀ 'ਚ ਆਪਣੇ ਹੱਕਾਂ ਦੀ ਲੜਾਈ ਲਈ ਲੜ ਰਹੇ ਨੇ, ਪਰ ਉਹਨਾਂ ਦੇ ਮੋਢੇ 'ਤੇ ਰੱਖ ਕੇ ਬੰਦੂਕ ਕੁਝ ਅਣਪਛਾਤੇ ਲੋਕ, ਕੁਝ ਉੱਥੇ ਦੇ ਜਿਹੜੇ ਗੁੰਡਾ ਅਨਸਰ ਜਿਨ੍ਹਾਂ ਨੂੰ ਕਾਂਗਰਸ ਸਰਕਾਰ ਦੀ ਸ਼ਹਿ ਉਹਦੇ ਉੱਤੇ, ਕਿਉਂਕਿ ਸਾਡੇ MLA ਨੇ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਉੱਤੇ ਹਰਾਇਆ। ਇਹ ਸਾਰਾ ਕੁਝ ਦੇਖਦੇ ਹੋਏ 80 ਜਿਹੜਾ ਕਾਂਗਰਸ ਨੇ 4 ਸਾਲ ਦਾ ਆਪਣੇ ਪੀਰੀਅਡ ਦੇ ਵਿੱਚ ਕੰਮ ਦੱਸਿਆ, ਉਸ ਕੰਮਾਂ ਬਾਰੇ ਉਹ ਦੱਸਣ ਗਿਆ ਸੀ ਵੀ ਇਹ ਫੇਲਿਅਰ ਸਰਕਾਰ ਹੈ, ਇਹਨਾਂ ਨੇ ਕੋਈ ਕੰਮ ਨਹੀਂ ਕੀਤਾ, ਕੋਈ ਵਾਅਦਾ ਪੂਰਾ ਨਹੀਂ ਕੀਤਾ, ਚਾਹੇ ਉਹ ਬੇਰੁਜ਼ਗਾਰ ਭੱਤਾ 2500 ਦਾ ਹੋਵੇ, ਚਾਹੇ ਸਰਕਾਰੀ ਨੌਕਰੀਆਂ ਹੋਣ, ਘਰ ਘਰ ਨੌਕਰੀਆਂ ਹੋਣ, ਚਾਹੇ ਸਮਾਰਟਫੋਨ ਹੋਣ, ਚਾਹੇ ਕਿਸਾਨ ਭਰਾਵਾਂ ਦੇ ਰਿਣ ਹੋਣ। ਕੇਵਲ 5000 ਕਰੋੜ ਦੇ ਰਿਣ ਮਾਫ ਕੀਤੇ, ਜਦਕਿ 1.25 ਲੱਖ ਕਰੋੜ ਦੇ ਰਿਣ ਮਾਫ ਕਰਨ ਦਾ ਵਾਅਦਾ ਸੀ। ਸੋ ਇਸ ਕਰਕੇ ਅਸੀਂ ਡਾਇਰੈਕਟਲੀ ਇਹ ਐਲੀਗੇਸ਼ਨ ਲਗਾਉਂਦੇ ਹਾਂ, ਇਹ ਕਾਂਗਰਸ ਸਰਕਾਰ ਦੀ ਮਿਲੀ ਭਗਤੀ ਦੇ ਨਾਲ, ਉਹਨਾਂ ਦੀ ਸ਼ਹਿ ਦੇ ਨਾਲ, ਉਹਨਾਂ ਦੇ ਸੰਰਕਸ਼ਣ ਦੇ ਨਾਲ, ਮੌਜੂਦਾ ਪੁਲਿਸ ਦੇ ਇੰਨੇ ਅਧਿਕਾਰੀ ਹੋਣ ਦੇ ਬਾਵਜੂਦ ਇੱਕ ਇਲੈਕਟਿਡ MLA ਨੂੰ ਬਚਾ ਨਹੀਂ ਸਕੇ, ਤਾਂ ਮੈਂ ਤੁਹਾਨੂੰ ਵੀ ਪੁੱਛਾਂਗਾ, ਆਪਾਂ ਕੀ ਕਹਾਂਗੇ? ਤਾਂ ਸਿੱਧਾ ਸਾਡਾ ਜਿਹੜਾ ਸਵਾਲ ਵੀ ਇਹੀ ਹੈ, ਜਵਾਬ ਵੀ ਇਹੀ ਹੈ, ਇਹਦੀ ਸਿੱਧੀ ਜ਼ਿੰਮੇਵਾਰ ਪ੍ਰਸ਼ਾਸਨ ਹੈ, ਪੁਲਿਸ ਪ੍ਰਸ਼ਾਸਨ ਉੱਥੇ ਦਾ ਹੈ, ਪਲੱਸ ਇਹ ਆਪਣੀ ਪੰਜਾਬ ਦੀ ਸਰਕਾਰ ਜ਼ਿੰਮੇਵਾਰ ਹੈ। ਇਸ ਕਰਕੇ ਅਸੀਂ ਆਪਣੀ ਪੰਜਾਬ ਸਰਕਾਰ ਨੂੰ ਅਸੀਂ ਐਲੀਗੇਸ਼ਨ ਲਗਾਉਂਦੇ। ਅਗਰਵਾਲ ਸਾਹਿਬ, ਥੋੜ੍ਹਾ ਜਿਹਾ ਸਖਤ ਸਵਾਲ ਹੈ। ਫਿਰ ਤੁਸੀਂ ਇਹ ਗੱਲ ਦੋਸ਼ ਲਾਈ ਹੈ ਕਿ ਪੁਲਿਸ ਜਿਹੜੀ ਆ ਉਸ ਕੰਮ ਲਈ ਜ਼ਿੰਮੇਵਾਰ ਹੈ, ਪੁਲਿਸ ਜਿਹੜੀ ਹੈ ਉਹ ਸੂਬਾ ਸਰਕਾਰ ਦੇ ਅਧੀਨ ਹੈ, ਪੁਲਿਸ ਦੇ ਸਾਹਮਣੇ ਸਾਰਾ ਕੁਝ ਹੋਇਆ, ਕਾਂਗਰਸ ਦੀ ਸਰਕਾਰ ਹੈ, ਕਾਂਗਰਸ ਸਰਕਾਰ ਦੇ ਹੁੰਦਿਆਂ ਇਹ ਕੰਮ ਹੋਇਆ। ਪਰ ਉਸ ਕੰਮ ਨੂੰ ਕੀ ਕਹੋਗੇ ਜਿਹੜਾ ਹਰਿਆਣੇ ਦੇ ਵਿੱਚ ਮੁੱਖ ਮੰਤਰੀ ਦਾ ਹੈਲੀਕਾਪਟਰ ਨਹੀਂ ਉਤਰਨ ਦਿੱਤਾ ਗਿਆ ਕਿਸਾਨਾਂ ਵੱਲੋਂ? ਉਸ ਕੰਮ ਨੂੰ ਕੀ ਕਹੋਗੇ ਜਿਹੜਾ ਉੱਥੇ ਦੀ ਸਟੇਜ ਤੋੜ ਦਿੱਤੀ ਗਈ, ਉੱਥੇ ਦਾ ਜਿਹੜਾ ਹੈਲੀਪੈਡ ਪੱਟ ਦਿੱਤਾ ਗਿਆ? ਉਸ ਕੰਮ ਨੂੰ ਕੀ ਕਹੋਗੇ ਜਿਹੜਾ ਦਿੱਲੀ ਦੇ ਵਿੱਚ ਦਿੱਲੀ ਪੁਲਿਸ ਜਿਹੜੀ ਆ ਉਹ ਕੇਂਦਰ ਸਰਕਾਰ ਦੇ ਅਧੀਨ ਹੋਣ ਦੇ ਬਾਵਜੂਦ 26 ਜਨਵਰੀ ਜਿਹੜੀ ਹਿੰਸਾ ਹੁੰਦੀ ਹੈ ਉਹ ਇਹ ਫਿਰ ਉਸ ਵੇਲੇ ਤਾਂ ਤੁਸੀਂ ਜਿਹੜੀ ਇਹ ਕਦੇ ਵੀ ਉਹਨਾਂ ਸਰਕਾਰਾਂ ਨੂੰ ਜਿਹੜਾ ਬਰਖਾਸਤ ਕਰਨ ਦੀ ਮੰਗ ਕੀਤੀ ਨਹੀਂ ਹੈਗੀ? ਦੇਖੋ ਗੱਲ ਇਹ ਹੈ, 26 ਜਨਵਰੀ ਜਿਹੜਾ ਕਾਂਡ ਹੋਇਆ ਸੀ,
ਮੇਰੇ ਖਿਆਲ ਸਾਰੇ ਚੈਨਲਾਂ ਦੇ ਉੱਤੇ ਕਿਹਾ ਗਿਆ ਡੈਮੋ ਉਸ ਦਿਨ ਲੋਕਤੰਤਰ ਦਾ ਦਿਨ ਸੀਗਾ, ਕੋਈ ਵੀ ਐਸਾ ਔਰ ਪੂਰੀ ਇਹਨਾਂ ਦੇ ਨਾਲ ਸੈਟਲਮੈਂਟ ਹੋਈ ਸੀ, ਪੂਰੀ ਇਹਨਾਂ ਨੂੰ ਕਿਸਾਨ ਪਰੇਡ ਕਰਨ ਦਾ ਮੌਕਾ ਦਿੱਤਾ ਸੀ, ਇਹਨਾਂ ਨਾਲ ਕਮਿਟਮੈਂਟ ਹੋਈਆਂ ਸੀ ਦਿੱਲੀ ਪੁਲਿਸ ਦੇ ਨਾਲ ਵੀ ਆਹ ਆਪਣਾ ਡਰਾਫਟ ਹੈ, ਆਪਾਂ ਨੇ ਇਸ ਰੂਟ ਤੇ ਜਾਣਾ ਹੈ, ਉਸ ਤੋਂ ਬਾਅਦ ਆਪਾਂ ਨੇ ਕੁਝ ਨਹੀਂ ਕਰਨਾ। ਜਦ ਉਹਨਾਂ ਨੇ ਲਾਈਨ ਆਫ ਐਕਸ਼ਨ ਤੋੜਿਆ ਫਿਰ ਮੈਂ ਉੱਥੇ ਗੱਲ ਕਹਿ ਦੇਣਾ ਇਹ ਕਿਸਾਨ ਭਰਾ ਨਹੀਂ ਕਰਦੇ ਉਹਨਾਂ ਦੇ ਰੂਪ ਦੇ ਵਿੱਚ, ਤਾਂ ਕਿ ਵਿਰੋਧੀ ਪਾਰਟੀਆਂ ਕੋਲ ਕੋਈ ਮੁੱਦਾ ਨਾ ਹੋਣ ਕਰਕੇ ਕੁਝ ਭੇਟੀਏ ਵੜ ਕੇ ਉਹ ਕਿਸਾਨਾਂ ਨੂੰ ਬਦਨਾਮ ਕਰਨ ਲਈ ਉਹ ਉੱਥੇ ਗਲਤ ਕੰਮ ਕਰਦੇ ਨੇ। ਉਹਨਾਂ ਨੇ ਰੂਲ ਤੋੜਿਆ, ਪਹਿਲਾਂ ਐਂਟਰੀ ਕੀਤੀ, ਬੈਰੀਕੇਡ ਤੋੜੇ, ਫਿਰ ਜਾ ਕੇ ਉਹਨਾਂ ਨੇ ਹਿੰਸਾ ਕੀਤੀ, ਝੰਡੇ ਲਹਿਰਾਇਆ ਔਰ ਉੱਥੇ ਉਹ ਕੰਮ ਕੀਤਾ। ਇਸ ਕਰਕੇ 26 ਜਨਵਰੀ ਵਾਸਤੇ ਫਿਰ ਵੀ ਸਰਕਾਰ ਨੇ ਉੱਥੇ ਆਪਣੇ ਕੇਂਦਰੀ ਸਰਕਾਰ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਕਿ ਕੋਈ ਹਾਲਾਤ ਖਰਾਬ ਨਾ ਹੋਣ। ਅਗਰਵਾਲ ਸਾਹਿਬ ਮਾਫ ਕਰਨਾ, ਮੈਂ ਤੁਹਾਨੂੰ ਰੋਕਾਂਗਾ ਇੱਥੇ। ਤੁਸੀਂ ਇੱਕ ਗੱਲ ਕੀਤੀ ਹੈ ਕਿ ਜਿਹੜੇ ਬੰਦੇ ਉਰੇ ਸੀਗੇ ਉਹ ਗੁੰਡਾ ਅਨਸਰ ਸੀਗੇ, ਉਸ ਸੂਬਾ ਸਰਕਾਰ ਦੀ ਸ਼ਹਿ ਦੇ ਉੱਤੇ ਪੁਲਿਸ ਦੀ ਜਿਹੜੀ ਹੈ ਉਹ ਉਹਨਾਂ ਦੇ ਚੁੱਪੀ ਕਾਰਨ ਜਿਹੜਾ ਉਹਨਾਂ ਨੇ ਇਹ ਕੰਮ ਕੀਤਾ। ਇਹੋ ਕੰਮ ਹਰਿਆਣੇ ਦੇ ਵਿੱਚ ਵੀ ਆ, ਦਿੱਲੀ ਦੇ ਵਿੱਚ ਵੀ ਆ, ਉੱਥੇ ਵੀ ਤੁਸੀਂ ਕਹਿੰਦੇ ਹੋ ਗੁੰਡਾ ਅਨਸਰ ਸੀਗੇ। ਉਹ ਦੋਨਾਂ ਸਾਈਡਾਂ ਦੇ ਉੱਤੇ ਗੁੰਡਾ ਅਨਸਰ ਸੀ। ਇੱਥੇ ਦੇ ਗੁੰਡਾ ਅਨਸਰ ਜਿਹੜੇ ਤੁਸੀਂ ਕਹਿ ਰਹੇ ਹੋ ਉਹਦੇ ਬਾਰੇ ਤੁਸੀਂ ਜੇ ਕੋਈ ਕਾਰਵਾਈ ਕਰਦੇ ਨੇ ਤਾਂ ਉਹਦੇ ਤੁਸੀਂ ਜਿਹੜੀ ਸੂਬਾ ਸਰਕਾਰ ਦੀ ਦਰਖਾਸਤੀ ਦੀ ਮੰਗ ਕਰਦੇ ਹੋ, ਰਾਸ਼ਟਰਪਤੀ ਰਾਜ ਲਾਗੂ ਦੀ ਕਰਨ ਦੀ ਮੰਗ ਕਰਦੇ ਹੋ। ਉੱਥੇ ਜਿਹੜੇ ਤੁਸੀਂ ਦੋਸ਼ ਲੈਂਦੇ ਹੋ ਗੁੰਡਾ ਅਨਸਰ ਨੇ, ਉੱਥੇ ਤੁਸੀਂ ਜਿਹੜੇ ਆ ਉਹ ਸਿਰਫ ਗੁੰਡਾ ਅਨਸਰ ਕਹਿ ਕੇ ਸਾਰ ਦਿੰਦੇ ਹੋ, ਉੱਥੇ ਦੀ ਸਰਕਾਰਾਂ ਦੀ ਬਰਖਾਸਤੀ ਦੀ ਮੰਗ ਕਿਉਂ ਨਹੀਂ ਕਰਦੇ ਫਿਰ? ਨਹੀਂ, ਦੇਖੋ ਗੱਲ ਸੁਣੋ, ਮੈਂ ਇੱਕ ਗੱਲ ਦੱਸਦਾ, ਭਾਰਤੀ ਜਨਤਾ ਪਾਰਟੀ ਹਮੇਸ਼ਾ ਕਿਸਾਨਾਂ ਦੇ ਹਿੱਤ 'ਚ ਰਹੀ ਹੈ, ਹਮੇਸ਼ਾ ਕਿਸਾਨਾਂ ਵਾਸਤੇ ਉਹਨੇ ਨਰਮੀ ਦਾ ਰੁਖ ਅਪਣਾਇਆ ਹੈ। ਹਰਿਆਣਾ ਦੇ ਵਿੱਚ ਵੀ ਸਾਡੇ ਖੱਟੜ ਸਾਹਿਬ ਨੇ ਕਈ ਵਾਰ ਉਹਨਾਂ ਨੂੰ ਕਾਲ ਕੀਤੀ ਹੈ, ਬੁਲਾਇਆ, ਬੈਠ ਕੇ ਗੱਲਬਾਤ ਕਰੋ, ਲੇਕਿਨ ਉਹ ਸਟਾਰਟਿੰਗ ਦੀ ਸ਼ੁਰੂਆਤ ਸੀ, ਸ਼ੁਰੂਆਤ ਦੇ ਉੱਤੇ ਜਿਹੜਾ ਉੱਥੇ ਆਪਣਾ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ, ਜਦ ਥੋੜ੍ਹਾ ਜਿਹਾ ਆਊਟ ਆਫ ਕੰਟਰੋਲ ਹੋਇਆ ਤਾਂ ਫਿਰ ਕਈ ਵਾਰ ਉੱਥੇ ਦੇਖੋ ਪੁਲਿਸ ਪ੍ਰਸ਼ਾਸਨ ਨੇ ਆਪਣੇ ਬਲਬੂਤੇ 'ਤੇ ਰੋਕਿਆ। ਜੇ ਇਹੀ ਚੀਜ਼ ਪੰਜਾਬ ਦੇ ਉੱਤੇ ਪੁਲਿਸ ਪ੍ਰਸ਼ਾਸਨ ਆਪਣੇ ਬਲਬੂਤੇ 'ਤੇ ਰੋਕਦੀ ਤਾਂ ਸ਼ਾਇਦ ਇਹ ਘਟਨਾ ਨਾ ਵਾਪਰਦੀ। ਇਹ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਜ਼ਿਆਦਾ ਹੁੰਦੀ ਹੈ। ਪਰ ਪੁਲਿਸ ਪ੍ਰਸ਼ਾਸਨ ਤਾਂ ਉੱਥੇ ਵੀ ਸੀ ਜਦੋਂ ਲਾਲ ਕਿਲ੍ਹੇ ਦੇ ਵਿੱਚ ਕੰਮ ਹੋ ਗਿਆ, ਪੁਲਿਸ ਪ੍ਰਸ਼ਾਸਨ ਉੱਥੇ ਵੀ ਸੀ ਜਦੋਂ ਸਾਰਾ ਦਿੱਲੀ ਦੇ ਵਿੱਚ ਜੋ ਕੁਝ ਵੀ ਹੋਇਆ ਉਹ ਸਾਰਾ ਕੁਝ ਉੱਥੇ ਸੀ, ਪੁਲਿਸ ਪ੍ਰਸ਼ਾਸਨ ਉੱਥੇ ਸੀਗੀ। ਲਾਲ ਕਿਲ੍ਹੇ ਦੇ ਉੱਤੇ ਇੱਕ ਝੰਡਾ ਲਹਿਰਾ ਦਿੱਤਾ ਗਿਆ, ਲਾਲ ਕਿਲ੍ਹੇ ਦੇ ਉੱਤੇ ਜਾ ਕੇ ਕਿੰਨੀ ਜ਼ਿਆਦਾ ਹਿੰਸਾ ਹੋਈ, ਬੰਦਿਆਂ ਦੀ ਜਿਹੜੀ ਮੌਤ ਵੀ ਹੋਈ ਆ ਉੱਥੇ, ਉਸ ਤੋਂ ਬਾਅਦ ਜਿਹੜੇ ਬੰਦੇ ਗਾਇਬ ਵੀ ਹੋ ਗਏ। ਪੁਲਿਸ ਪ੍ਰਸ਼ਾਸਨ ਤਾਂ ਉੱਥੇ ਵੀ ਮੌਜੂਦ ਸੀ। ਨਾਕਾਮੀ ਉੱਥੇ ਦੇ ਪ੍ਰਸ਼ਾਸਨ ਦੀ ਵੀ ਹੋਈ ਹੈ, ਇੱਥੇ ਦੇ ਪ੍ਰਸ਼ਾਸਨ ਦੀ ਵੀ ਹੋਈ ਹੈ। ਫਿਰ ਸਿਰਫ ਮੰਗ ਇੱਥੇ ਦੀ ਸਰਕਾਰ ਨੂੰ ਬਰਖਾਸਤ ਕਰਨ ਦੀ ਕਿਉਂ, ਉੱਥੇ ਦੀ ਕਿਉਂ ਨਹੀਂ? ਅਸੀਂ ਤਾਂ ਕਹਿੰਦੇ ਦਿੱਲੀ ਸਰਕਾਰ ਵੀ ਬਰਖਾਸਤ ਕਰ ਦਿਓ। ਦਿੱਲੀ ਦੇ ਅਧੀਨ ਨਹੀਂ ਹੈ, ਦਿੱਲੀ ਸਰਕਾਰ ਦੇ ਅਧੀਨ ਪੁਲਿਸ ਨਹੀਂ ਹੈ, ਸਰਕਾਰ ਕੇਂਦਰ ਸਰਕਾਰ ਦੇ ਅਧੀਨ ਹੈ। ਕਿਉਂ ਨਹੀਂ ਮੰਗ ਕਰਦੇ ਵੀ ਕੇਂਦਰ ਸਰਕਾਰ ਵੀ ਬਰਖਾਸਤ? ਉੱਥੇ ਪੂਰੀ ਕੇਂਦਰ ਸਰਕਾਰ ਨੇ ਉੱਥੇ ਬਕਾਇਦਾ ਉੱਥੇ ਆਪਣੇ ਉਹਨਾਂ ਦੇ ਖਿਲਾਫ ਪਰਚੇ ਦਰਜ ਕੀਤੇ ਹੈ, ਜਿਹੜੇ ਅਣਪਛਾਤੇ ਬੰਦੇ ਹੈ। ਪਰਚੇ ਤਾਂ ਵੀ ਦਰਜ ਹੋ ਗਏ, ਪਰਚੇ ਉਰੇ 300 ਕਿਸਾਨਾਂ ਦੇ ਉੱਤੇ ਪਰਚਾ ਦਰਜ ਹੋਇਆ। ਉਸ ਤੋਂ ਬਾਅਦ ਗ੍ਰਿਫਤਾਰ ਕੀਤੇ ਹੈ, ਗ੍ਰਿਫਤਾਰ ਕਰਕੇ ਤਿਹਾੜ ਜੇਲ੍ਹ 'ਚ ਭੇਜੇ ਹੈ। ਗ੍ਰਿਫਤਾਰੀਆਂ ਵੀ ਹੋ ਗਈਆਂ? ਨਹੀਂ, ਕੋਈ ਗ੍ਰਿਫਤਾਰੀ ਨਹੀਂ ਹੋਈ। 6-7 ਬੰਦੇ ਦੀ ਗ੍ਰਿਫਤਾਰੀ ਹੋ ਚੁੱਕੀ ਹੈ, ਹੌਲੇ ਹੋਰ ਹੋ ਰਹੇ ਨੇ ਬੰਦੇ ਉੱਥੇ ਪੂਰੇ ਬਰਾਬਰ ਦੇ ਬੰਦੇ ਗ੍ਰਿਫਤਾਰ ਕਰਕੇ ਜੇਲ੍ਹ 'ਚ ਭੇਜਿਆ, ਚਾਹੇ ਉਹ ਕਿਸਾਨ ਸੀ, ਚਾਹੇ ਉਹ ਨੌਨ ਕਿਸਾਨ ਸੀ, ਚਾਹੇ ਕੋਈ ਵੀ ਬੰਦਾ ਹੈ। ਹੁਣ ਹਰਿਆਣਾ ਦੇ ਵਿੱਚ ਵੀ ਖੱਟੜ ਸਾਹਿਬ ਨੇ ਇੱਕ ਰੂਲ ਪਾਸ ਕੀਤਾ ਹੈ ਵੀ ਜੇ ਕੋਈ ਵੀ ਬੰਦਾ ਸਰਕਾਰੀ ਸੰਪਤੀ ਨੂੰ ਡਿਸਟਰੋਏ ਕਰੇਗਾ, ਉਹ ਹੀ ਮੇ ਬੀ ਐਨੀਬਡੀ ਐਲਸ, ਕੋਈ ਵੀ ਬੰਦੇ ਨੂੰ ਅਧਿਕਾਰ ਨਹੀਂ ਇਸ ਤਰ੍ਹਾਂ ਦਾ ਡਿਮੋਸਟ੍ਰੇਸ਼ਨ ਕਰਨ ਦਾ। ਇਹ ਅਸੀਂ ਸਮਾਨਤਾ ਦੇ ਨਾਲ ਗੱਲ ਕਰਦੇ ਹਾਂ। ਸੋ ਉੱਥੇ ਵੀ ਉਹਨਾਂ ਨੇ ਆਪਣੇ ਸਹਿਜਤਾ ਦੇ ਨਾਲ ਕੰਮ ਕੀਤਾ, ਪਰ ਇੱਥੇ ਜਿਹੜਾ ਗੁੰਡੇ ਅਨਸਰ ਨੂੰ ਅਗਰ ਪੁਲਿਸ ਰੋਕਣ ਦੀ ਕੋਸ਼ਿਸ਼ ਕਰਦੀ, ਮੇਰਾ ਖਿਆਲ ਇਹ ਘਟਨਾ ਨਹੀਂ ਵਾਪਰਦੀ ਸੀ। ਬਹੁਤ ਸ਼ਰਮਨਾਕ ਘਟਨਾ, ਵਿਧਾਇਕ ਦੇ ਕੱਪੜੇ ਪਾੜਨਾ, ਮੂੰਹ ਕਾਲਸ ਕਰਨੀ, ਔਰ ਇਹਦਾ ਮਤਲਬ ਹੈ ਭਾਰਤੀ ਜਨਤਾ ਪਾਰਟੀ ਦਾ ਨਿਚਲੇ ਵਰਕਰ ਤੋਂ ਲੈ ਕੇ ਸੀਨੀਅਰ ਲੀਡਰ ਤੱਕ ਅੱਜ ਉਰੇ ਸੁਰੱਖਿਅਤ ਨਹੀਂ ਹੈ, ਆਮ ਨਾਗਰਿਕ ਸੁਰੱਖਿਅਤ ਨਹੀਂ ਹੈ, ਸਰਕਾਰ ਟੋਟਲੀ ਫੇਲੂਅਰ ਹੈ। ਇਸ ਕਰਕੇ ਅਸੀਂ ਮੰਗ ਕਰਦੇ ਹਾਂ ਇਹ ਸਰਕਾਰ ਬਰਖਾਸਤ ਹੋਣੀ ਚਾਹੀਦੀ ਹੈ। ਅਗਰਵਾਲ ਸਾਹਿਬ, ਇੱਕ ਗੱਲ ਮੈਨੂੰ ਲੱਗਦਾ ਜਿਹੜੇ ਸਾਡੇ ਦਰਸ਼ਕਾਂ ਨੂੰ ਮੈਂ ਵੀ ਦੱਸ ਦਿਆਂ ਕਿ ਸਾਡਾ ਚੈਨਲ ਔਰ ਅਸੀਂ ਜਿਹੜੇ ਆ ਉਹ ਕਿਸੇ ਵੀ ਹਿੰਸਾ ਦੇ ਖਿਲਾਫ ਆ, ਉਸ ਚੀਜ਼ ਦੀ ਨਿੰਦਾ ਕਰਦੇ ਹਾਂ। ਜਿਹੜਾ ਕੰਮ ਅਰੁਣ ਨਾਰੰਗ ਜੀ ਦੇ ਨਾਲ ਹੋਇਆ ਉਹ ਬਹੁਤ ਨਿੰਦਣਯੋਗ ਹੈ। ਕਿਸੇ ਵੀ ਹਿੰਸਾ ਦਾ ਅਸੀਂ ਕੋਈ ਸਮਰਥਨ ਨਹੀਂ ਕਰਦੇ। ਜਿਹੜੇ ਵੀ ਲੋਕ ਹਿੰਸਾ 'ਚ ਸ਼ਾਮਲ ਨੇ ਉਹਨਾਂ ਨੂੰ ਕਾਨੂੰਨ ਦੇ ਅਨੁਸਾਰ ਜਿਹੜੇ ਸਜ਼ਾਵਾਂ ਮਿਲਣੀਆਂ ਚਾਹੀਦੀਆਂ। ਲੇਕਿਨ ਤੁਸੀਂ ਇੱਕ ਗੱਲ ਛੇੜੀ ਹੈ ਕਿ ਜਿਹੜੇ ਵੀ ਲੋਕ ਦੰਗਾਕਾਰੀ ਕਰਨਗੇ, ਸਰਕਾਰੀ ਸੰਪਤੀਆਂ ਦਾ ਨੁਕਸਾਨ ਕਰਨਗੇ, ਉਹਨਾਂ ਦੀਆਂ ਜਾਇਦਾਦਾਂ ਵੇਚ ਕੇ ਜਿਹੜਾ ਉਹਨਾਂ ਦੇ ਜਿਹੜੇ ਪੈਸੇ ਵਸੂਲੇ ਜਾਣਗੇ। ਹਰਿਆਣੇ ਦੇ ਵਿੱਚ ਇੱਕ ਕਾਨੂੰਨ ਪਾਸ ਹੋਤਾ। ਹੁਣ ਆਪਾਂ ਪਿਛਲੇ ਸਮੇਂ ਦੇ ਦੌਰਾਨ ਜਿੰਨੇ ਵੀ ਦੰਗੇ ਹੋਏ ਨੇ ਉਹਨਾਂ ਦੀਆਂ ਅਗਰ ਵੀਡੀਓਜ਼ ਚੱਕ ਕੇ ਦੇਖ ਲਈ, ਚਾਹੇ ਬਰਗਾੜੀ ਕਾਂਡ ਦੇ ਵਿੱਚ ਚੱਕ ਕੇ ਦੇਖ ਲਈਏ, ਚਾਹੇ ਆਪਣਾ ਉਹਦੇ 'ਚ ਜਦੋਂ ਸਰਸੇ ਵਾਲੇ ਨੂੰ ਜਦੋਂ ਉੱਥੇ ਜੇਲ੍ਹ ਭੇਜਿਆ ਗਿਆ ਸੀ, ਉੱਥੇ ਜਿਹੜੀ ਮਾਰਕਟਾਈ ਹੋਈ, ਉੱਥੇ ਚੱਕ ਕੇ ਦੇਖ ਲਈਏ, ਦਿੱਲੀ ਦੇ ਸ਼ਾਹੀਨ ਬਾਗ ਮੌਕੇ ਦੇ ਉੱਤੇ ਜਿਹੜਾ ਮੋਰਚਾ ਲੱਗਿਆ, ਉੱਥੇ ਦੀਆਂ ਵੀਡੀਓਜ਼ ਚੱਕ ਕੇ ਦੇਖ ਲਈਏ। ਤਕਰੀਬਨ ਜਿਹੜੀ ਹਰ ਵੀਡੀਓ ਦੇ ਵਿੱਚ ਇਹ ਨਜ਼ਰ ਆਉਂਦਾ ਹੈ
ਕਿ ਪੁਲਿਸ ਜਿਹੜੀ ਆ ਉਹ ਆਪ ਉਹਦੇ ਵਿੱਚ ਭੰਨ ਤੋੜ ਕਰਦੀ ਹੈ। 26 ਜਨਵਰੀ ਦੇ ਮਾਮਲਿਆਂ ਦੇ ਵਿੱਚ ਵੀ ਤੁਸੀਂ ਨੋਟ ਕਰੋ, ਟਰੈਕਟਰਾਂ ਦੀ ਤੋੜ ਭੰਨ ਪੁਲਿਸ ਆਪ ਕਰ ਰਹੀ ਹੈ। ਸ਼ਾਹੀਨ ਬਾਗ ਮਾਮਲੇ ਦੇ ਵਿੱਚ ਵੀ ਬਹੁਤ ਸਾਰੀਆਂ ਵੀਡੀਓ ਇਸ ਤਰ੍ਹਾਂ ਦੀ ਸਾਹਮਣੇ ਆਈਆਂ ਕਿ ਭੰਨ ਤੋੜ ਪੁਲਿਸ ਕਰ ਰਹੀ ਹੈ। ਬਰਗਾੜੀ ਮਾਮਲੇ ਦੇ ਵਿੱਚ ਵੀ ਜਿਹੜੀ ਹੈ ਬਹੁਤ ਜਗ੍ਹਾ ਦੇ ਉੱਤੇ ਦੇਖਿਆ ਜਾਵੇ ਪੁਲਿਸ ਆਪ ਭੰਨ ਤੋੜ ਕਰ ਰਹੀ ਹੈ। ਅਜਿਹੇ ਵਿੱਚ ਇਹ ਸਾਬਤ ਕੌਣ ਕਰੇਗਾ ਵੀ ਜਿਹੜਾ ਦੰਗਾ ਕੀਤਾ ਗਿਆ, ਜਿਹੜੀ ਭੰਨ ਤੋੜ ਕੀਤੀ ਗਈ, ਸਰਕਾਰੀ ਸੰਪत्ति ਦਾ ਨੁਕਸਾਨ ਕੀਤਾ ਗਿਆ, ਉਹ ਵਾਕਈ ਹੀ ਪ੍ਰਦਰਸ਼ਨਕਾਰੀਆਂ ਵੱਲੋਂ, ਦੰਗਾਕਾਰੀਆਂ ਵੱਲੋਂ ਕੀਤਾ ਗਿਆ, ਨਾ ਕਿ ਪੁਲਿਸ ਵੱਲੋਂ? ਦੇਖੋ, ਸਭ ਤੋਂ ਪਹਿਲਾਂ ਤਾਂ ਤੁਸੀਂ ਮੈਨੂੰ ਇਹ ਕਿਹਾ ਕਿ ਅਸੀਂ ਦਿੱਲੀ ਦੇ ਵਿੱਚ ਵੀ 26 ਜਨਵਰੀ ਵਾਲੇ ਦਿਨ ਦੇਖਿਆ ਕਿ ਪੁਲਿਸ ਨੇ ਟਰੈਕਟਰ ਤੋੜੇ। ਮੈਂ ਤੁਹਾਡੀ ਇਸ ਗੱਲ ਦੀ ਨਿਖੇਧੀ ਕਰਦਾ। ਮੇਰੀ ਵੀਡੀਓ ਨੇ ਮੈਂ ਇਹ ਤੁਸੀਂ ਦੱਸੋ ਵੀ ਕਿੰਨੇ ਪੁਲਿਸ ਕਰਮਚਾਰੀ ਆਪਣੀ ਜਾਨਾਂ ਨੂੰ ਬਚਾਉਂਦੇ ਹੋਏ ਚੋਟਾਂ ਖਾਈਆਂ, ਕਿਹਨਾਂ ਛਲਾਂਗਾ ਮਾਰ ਕੇ ਉੱਥੇ ਆਪਣੀ ਜਾਨਾਂ ਅਸੀਂ ਇਸ ਚੀਜ਼ ਦੀ ਨਿੰਦਾ ਕਰਦੇ ਹਾਂ। ਜਿਹੜਾ ਹਮਲਾ ਪੁਲਿਸ ਦੇ ਉੱਤੇ ਹੋਇਆ ਅਸੀਂ ਉਸ ਦੀ ਘੋਰ ਨਿੰਦਾ ਕਰਦੇ ਹਾਂ, ਪਰ ਵੀਡੀਓਜ਼ ਜੋ ਸਾਹਮਣੇ ਆਈਆਂ ਭੰਨ ਤੋੜ ਕਰਦਿਆਂ ਦੀਆਂ, ਉਹ ਸਾਰੇ ਜਨਤਾ ਦੇ ਸਾਹਮਣੇ। ਦੇਖੋ ਗੱਲ, ਮੈਂ ਤਾਂ ਫਿਰ ਇਹ ਗੱਲ ਕਹਿ ਰਿਹਾ, ਅਸੀਂ ਬਿਲਕੁਲ ਇਸ ਗੱਲ ਦੇ ਵਿੱਚ ਮੈਂ ਇੱਕ ਚੀਜ਼ ਨਾਲ ਤੁਹਾਡੇ ਨਾਲ ਸਹਿਮਤ ਹਾਂ। ਬਿਲਕੁਲ, ਚਾਹੇ ਚਾਹੇ ਉਹ ਪੁਲਿਸ ਕਰਮਚਾਰੀ ਹੈ, ਚਾਹੇ ਉਹ ਭਾਰਤੀ ਜਨਤਾ ਪਾਰਟੀ ਦਾ ਬੰਦਾ ਹੈ, ਚਾਹੇ ਉਹ ਕਾਂਗਰਸ ਦਾ ਬੰਦਾ ਹੈ, ਚਾਹੇ ਉਹ ਗੁੰਡਾ ਅਨਸਰ ਹੈ, ਚਾਹੇ ਉਹ ਆਮ ਨਾਗਰਿਕ ਹੈ, ਕਿਸੇ ਨੂੰ ਸਰਕਾਰੀ ਜਾਇਦਾਦ ਜਾਂ ਪ੍ਰਾਈਵੇਟ ਜਾਇਦਾਦ ਤੋੜਨ ਦਾ ਹੱਕ ਨਹੀਂ, ਚਾਹੇ ਉਹ ਕਿਸਾਨ ਹੋਣ। ਮੈਂ ਇਸ ਗੱਲ ਨਾਲ ਤੁਹਾਡੇ ਨਾਲ ਐਗਰੀ ਕਰਦਾ, ਲੇਕਿਨ ਇਹ ਸਾਬਿਤ ਤਾਂ ਮੌਕੇ ਦਾ ਪ੍ਰਸ਼ਾਸਨ, ਮੌਕੇ ਦੀ ਵੀਡੀਓਜ਼, ਮੌਕੇ ਦੇ ਲੋਕ ਕਰਨਗੇ। ਇਹ ਜਿਹੜੀ ਗੱਲ ਹੋਈ ਹੈ, ਅਸੀਂ ਤਾਂ ਆਉਣ ਵਾਲੇ ਟਾਈਮ ਦੀ ਗੱਲ ਕਰਦੇ ਹਾਂ। ਪਹਿਲਾਂ ਕੀ ਹੋਇਆ ਨਹੀਂ ਹੋਇਆ ਮੈਂ ਇਸ ਗੱਲ ਦੇ ਉੱਤੇ ਨਹੀਂ ਬਹਿਣਾ ਚਾਹੁੰਦਾ। ਅੱਛਾ, ਹੁਣ ਆਪਾਂ ਅੱਗੇ ਵਾਸਤੇ ਆਪਾਂ ਜਿਹੜੀ ਪੰਜਾਬ ਦੀ ਸਿਚੁਏਸ਼ਨ ਚੱਲ ਰਹੀ ਹੈ, ਔਰ ਆਪਾਂ ਪੰਜਾਬ ਇਸ਼ੂ ਤੇ ਜ਼ਿਆਦਾ ਗੱਲ ਕਰੀਏ, ਉਹ ਜ਼ਿਆਦਾ ਬੈਟਰ ਹੈ। ਆਪਾਂ ਪੰਜਾਬ ਦੇ ਵੀ ਆ ਰਹੇ ਹਾਂ। ਵਰਨਿੰਗ ਇਸ਼ੂ ਇਸ ਟਾਈਮ ਪੰਜਾਬ ਦਾ ਇਸ਼ੂ ਜਿਹੜਾ, ਜੋ ਕੋਈ ਲੜਾਈ ਹੋ ਰਹੀ ਹੈ, ਜੋ ਕੋਈ ਝਗੜਾ ਹੋ ਰਿਹਾ, ਉਹ ਕੇਂਦਰੀ 3 ਬਿੱਲ ਪਾਸ ਕੀਤੇ ਜਾਣ ਤੋਂ ਬਾਅਦ ਸਾਰਾ ਹੋ ਰਿਹਾ। ਇਹ ਬਿੱਲ ਸਹੀ ਨੇ, ਗਲਤ ਨੇ, ਇਹ ਹਲੇ ਅੱਗੇ ਚੱਲ ਕੇ ਕਿਸਾਨਾਂ ਤੇ ਸਰਕਾਰ ਦੇ ਵਿਚਲਾ ਮਸਲਾ, ਠੀਕ ਹੈ। ਲੇਕਿਨ ਕਹਾਣੀ ਇੱਥੇ ਹੈ ਕਿ ਜਿਹੜੀਆਂ ਜਾਇਦਾਦਾਂ, ਜਿਹੜੀਆਂ ਜੋ ਕੁਝ ਉੱਥੇ ਭੰਨ ਤੋੜ ਹੋਈ ਜਾਂ ਕੁਝ ਵੀ ਹੋਇਆ, ਉਹ ਸਾਰਾ ਦਾ ਸਾਰਾ ਵੀਡੀਓ ਸਾਡੇ ਸਾਹਮਣੇ। ਤੁਸੀਂ ਕਹਿੰਦੇ ਵੀ ਜਾਂਚ ਦਾ ਵਿਸ਼ਾ ਹੈ ਇਹ, ਅੱਗੇ ਜਿਹੜਾ ਜੋ ਕੁਝ ਹੋਇਆ ਉਹਦੇ ਨਾਲ ਜਿਹੜਾ ਜੀ ਨਿੰਦਾ ਕਰਦੇ ਆ ਇਸ ਚੀਜ਼ ਦੀ, ਲੇਕਿਨ ਇਹ ਅੱਗੇ ਸਾਬਤ ਹੋ ਜਾਏਗਾ ਅੱਗੇ ਚੱਲ ਕੇ। ਲੇਕਿਨ ਸਾਬਤ ਤਾਂ ਜਿਹੜਾ 84 ਦੇ ਵਿੱਚ ਜਿਹੜਾ ਕਤਲੇਆਮ ਹੋਇਆ, ਉਹਦੇ 'ਚ ਕਿੰਨੇ ਜ਼ਿਆਦਾ ਜੋ ਐਫੀਡੇਵਿਟ ਦਿੱਤੇ ਗਏ, ਕਿੰਨਾ ਕੁਝ ਕੀਤਾ ਗਿਆ, ਉਹਦੇ 'ਚ ਅੱਜ ਤੱਕ ਨਹੀਂ ਉਹ ਸਾਬਤ ਹੋ ਪਾਇਆ ਵੀ ਕਿਹੜੇ ਪੁਲਿਸ ਵਾਲੇ ਸੀ, ਉਹਦੇ ਵਿੱਚ ਕਿੰਨੇ ਬੰਦੇ ਸੀ, ਐਫੀਡੇਵਿਟ ਦਿੱਤੇ ਗਏ। ਅੱਜ ਤੁਸੀਂ ਦੇਖੋ ਕਿ ਜਿਹੜੇ ਕਮਿਸ਼ਨ SIT ਬਣਾਈਆਂ ਗਈਆਂ ਨੇ, ਉਹ ਐਫੀਡੇਵਿਟ ਜਿਹੜੇ ਜਾ ਕੇ ਉਹਨਾਂ 'ਚੋਂ ਰਿਕਾਰਡ ਦੇ ਵਿੱਚੋਂ ਕੱਢ ਰਹੇ ਨੇ ਵੀ ਕਿੰਨੇ ਬੰਦਿਆਂ ਦੇ ਖਿਲਾਫ ਸਵਾਮੀਨਾਥਨ ਜਿਹੜਾ ਕਿਹੜੇ ਉੱਥੇ ਜਿਹੜੇ ਕਮਿਸ਼ਨ ਬਣਾਇਆ ਗਿਆ ਸੀ ਪਿਛਲੇ, ਮੇਰੇ ਨਾਮ ਭੁੱਲ ਗਿਆ, ਕਿ ਉਹਨਾਂ ਕਮਿਸ਼ਨ ਦੇ ਵਿੱਚ ਐਫੀਡੇਵਿਟ ਦਿੱਤੇ ਲੋਕਾਂ ਨੇ ਕਿ ਇਹ ਦੰਗਾਕਾਰੀ ਨੇ, ਇਹ ਬੰਦੇ, ਇਹ ਲੀਡਰ ਸੀਗੇ ਜਿਨ੍ਹਾਂ ਨੇ ਇਸ ਚੀਜ਼ ਦੀ ਅਗਵਾਈ ਕੀਤੀ, ਲੇਕਿਨ ਉਹ ਦੱਬ ਲਿੱਤੇ ਗਏ। ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਚੀਜ਼ਾਂ ਵੀਡੀਓਜ਼ ਤੁਸੀਂ ਗੱਲ ਕਰਦੇ, ਇਹ ਕਿਉਂ ਨਹੀਂ ਦੱਬ ਕੀਤੀਆਂ ਜਾਣਗੀਆਂ? ਦੇਖੋ ਗੱਲ ਇਹ ਹੈ, ਇਹ ਡਿਪੈਂਡ, ਉਹੀ ਗੱਲ ਆ ਜਾਂਦੀ ਹੈ, ਸਰਕਾਰ ਟੂ ਸਰਕਾਰ ਡਿਪੈਂਡ ਕਰਦਾ ਹੈ ਕਿਹੜੇ ਮੁੱਖ ਮੰਤਰੀ 'ਚ ਇਨਸਾਫ ਦੇਣ ਦਾ ਦਮ ਹੈ, ਕਿਹਦੇ ਵਿੱਚ ਨਹੀਂ ਹੈ। ਜਿੱਥੇ ਰੱਖ ਰਿਹਾ ਮੋਦੀ ਸਰਕਾਰ ਦਾ ਸਵਾਲ, 84 ਦੇ ਦੰਗਿਆਂ ਦੀ ਗੱਲ ਸੁਣਾਈ ਹੋਈ ਹੈ, ਉੱਥੇ ਸਜ਼ਾ ਵੀ ਹੋਈ ਹੈ ਕਈ ਲੋਕਾਂ ਨੂੰ, ਔਰ ਜੇਲ੍ਹ 'ਚ ਵੀ ਸੱਜਣ ਕੁਮਾਰ ਜਿਹੜਾ ਉੱਥੇ ਹੈ, ਉਹਨੂੰ ਵੀ ਉਸਨੂੰ ਸਜ਼ਾ ਹੋਈ ਹੈ। ਸੋ ਇਹ ਮੋਦੀ ਸਰਕਾਰ, ਮੋਦੀ ਸਾਹਿਬ ਪ੍ਰਧਾਨ ਮੰਤਰੀ ਹੋ ਜੇ ਕਰ ਗਿਆ ਕੰਮ, ਜੇ ਜਿੰਨੀਆਂ ਮਰਜ਼ੀ ਕਾਂਗਰਸ ਸਰਕਾਰ ਦਾ ਲਗਾਤਾਰ ਉੱਤੇ ਰਾਜ ਰਿਹਾ, ਇਹ ਕੰਮ ਉਹ ਨਹੀਂ ਕਰ ਸਕਦੀ ਜਿਹੜੀ ਮੋਦੀ ਸਾਹਿਬ ਉਹਨੇ ਕਰ ਚੁੱਕੇ ਨੇ। ਸੋ ਅਸੀਂ ਇਸ ਤਰ੍ਹਾਂ ਇਹ ਕਹਿੰਦੇ ਹਾਂ, ਜਿਹੜਾ ਮੁੱਖ ਮੰਤਰੀ ਹੁੰਦਾ, ਚਾਹੇ ਉਹ BJP ਦਾ, ਚਾਹੇ ਕਾਂਗਰਸ ਦਾ, ਕਿਸੇ ਦਾ, ਮੁੱਖ ਮੰਤਰੀ ਪੂਰੇ ਪ੍ਰਦੇਸ਼ ਦਾ ਹੁੰਦਾ, ਪੂਰੀ ਪਾਰਟੀ ਦਾ ਹੁੰਦਾ, ਚਾਹੇ ਉਹ ਭਾਰਤੀ ਜਨਤਾ ਪਾਰਟੀ ਦਾ ਵਰਕਰ ਹੋਵੇ, ਆਮ ਆਦਮੀ ਪਾਰਟੀ ਦਾ ਹੋਵੇ, ਅਕਾਲੀ ਦਲ ਦਾ ਹੋਵੇ। ਉਹਨਾਂ ਵਾਸਤੇ ਅਸੀਂ ਸਾਰੇ ਮੁੱਖ ਮੰਤਰੀ, ਉਹਨਾਂ ਵਾਸਤੇ ਵੀ ਸਾਰੀ ਪਾਰਟੀਆਂ ਸਾਂਝੀਆਂ। ਉਹਨਾਂ ਨੂੰ ਪੰਜਾਬ ਦੀ ਏਕਤਾ ਅਖੰਡਤਾ ਨੂੰ ਦੇਖਦੇ ਹੋਏ, ਅਮਨ ਸ਼ਾਂਤੀ ਚੈਨ ਨੂੰ ਦੇਖਦੇ ਹੋਏ, ਕਿਤੇ ਨਾ ਕਿਤੇ ਮਿਨੀਮਮ ਸੋਚ ਇਹ ਹੋਣੀ ਚਾਹੀਦੀ ਹੈ ਵੀ ਜੇ ਜਾਸਤੀ ਹੋਵੇ ਉਹਨੂੰ ਰਗੜ ਕੇ ਰੱਖ ਦੇਣਾ ਚਾਹੀਦਾ ਹੈ। ਹੀ ਮੇ ਬੀ ਐਨੀਬਡੀ ਐਲਸ। ਸਾਨੂੰ ਮਨ ਨੂੰ ਇਹ ਤਕਲੀਫ ਹੋਈ, ਸਾਨੂੰ ਦੁੱਖ ਲੱਗਿਆ। ਮੇਰੇ ਘਰੇ ਵੀ ਆਪਣੇ ਉਰੇ ਆਏ ਸੀ, ਕਿਸਾਨ ਮੋਰਚਾ ਆਏ ਸੀ, ਉਰੇ ਬੈਠੇ ਸੁਰਜੀਤ ਜੈਨੀ ਜੀ ਆਏ, ਉਹ ਮੈਨੂੰ ਨਿੱਜੀ ਕੰਮ ਲਈ ਮੇਰੇ ਕੋਲ ਚਾਹ ਪੀਣ ਲਈ ਆਏ। ਕਿਸੇ ਨੇ ਕਹਿਤਾ ਵੀ ਉਹ ਪ੍ਰੈਸ ਕਾਨਫਰੰਸ ਕਰਦੇ ਆ, ਚਲੋ ਆ ਗਏ। ਵਿਚਾਰਾ 100-150 ਬੰਦਾ ਆਇਆ, ਉਹਨੇ ਨਾਅਰੇਬਾਜ਼ੀ ਕੀਤੀ, ਬਹੁਤ ਕੁਝ ਕੀਤਾ। ਬਲਕਿ ਮੈਂ SSP ਸਾਡੇ ਵਿਕਰਮ ਦੁੱਗਲ ਜੀ ਨੇ, ਔਰ ਮੈਂ ਉਹਨਾਂ ਦਾ ਬੜਾ ਧੰਨਵਾਦ ਕਰਦਾ ਕਿ ਇੱਥੇ ਦੀ ਪ੍ਰਸ਼ਾਸਨ ਨੇ ਬਹੁਤ ਓਵਰ ਸਾਡੀ ਮਦਦ ਕੀਤੀ, ਇਮੀਡੀਏਟਲੀ ਪੁਲਿਸ ਭੇਜੀ। ਔਰ ਮੈਂ ਬਲਕਿ ਬਾਹਰ ਜਾ ਕੇ ਕਿਸਾਨ ਭਰਾਵਾਂ ਨੂੰ ਮੈਂ ਮਿਲਣ ਨਾ ਚਾਹੁੰਦਾ ਸੀ, ਉਹਨੇ ਮਨਾ ਕਰਤਾ ਵੀ ਤੁਸੀਂ ਐਵੇਂ ਨਾ ਜਾਓ। ਮੈਂ ਬਾਹਰ ਨਹੀਂ ਗਿਆ, ਉਹਨਾਂ ਨੇ ਪ੍ਰਦਰਸ਼ਨ ਕੀਤਾ, ਪਰ ਮੈਂ ਉੱਥੇ ਵੀ ਇਹ ਗੱਲ ਕਹੀ ਸੀ, ਤੁਹਾਨੂੰ ਪ੍ਰਦਰਸ਼ਨ ਕਰਨ ਦਾ ਰਾਈਟ ਹੈ, ਸਾਨੂੰ ਆਪਣੀ ਪ੍ਰੈਸ, ਆਪਣੀ ਗੱਲ ਰੱਖਣ ਦਾ ਰਾਈਟ ਹੈ। ਡੈਮੋਕ੍ਰੇਸੀ ਦੋਨੋਂ ਬੰਦੇ ਬਰਾਬਰ ਹੈ, ਪਰ ਤੁਸੀਂ ਕਿਸੇ ਘਰ ਦਾ ਪ੍ਰਾਈਵੇਟ ਦਰਵਾਜ਼ਾ ਬੰਦ ਕਰਨ ਦਾ ਅਧਿਕਾਰ ਨਹੀਂ ਹੈ। ਇਹ ਮੈंने ਕਿਹਾ, ਤੁਸੀਂ ਸਾਹਮਣੇ ਧਰਨਾ ਦਿਓ, ਸਾਈਡ ਤੇ ਬਹਿ ਜਾਓ, ਕੋਈ ਦਿੱਕਤ ਨਹੀਂ, ਸਵਾਗਤ ਹੈ, ਚਾਹ ਪਾਣੀ ਦੀ ਸੇਵਾ ਕਰਦੇ ਹਾਂ। ਅਸੀਂ ਇਸ ਗੱਲ ਦੇ ਉੱਤੇ ਇਤਰਾਜ਼ ਕਰਦੇ ਹਾਂ, ਕੋਈ ਨਾ ਕੋਈ ਮਰਿਆਦਾ ਹੁੰਦੀ ਹੈ, ਕੋਈ ਸਿਸਟਮ ਹੁੰਦਾ ਹੈ, ਚਾਹੇ ਉਹ ਕਿਸਾਨ ਭਰਾ ਹੈ, ਚਾਹੇ ਉਹ ਕੋਈ ਹੈ, ਉਹ ਉਸ ਮਰਿਆਦਾ ਦੇ ਵਿੱਚ ਰਹਿ ਕੇ ਜੇ ਕੰਮ ਕਰਨ ਤਾਂ ਕਿਸੇ ਨੂੰ ਆਪੱਤੀ ਨਹੀਂ ਹੁੰਦੀ। ਜੇ ਕਿਸਾਨ ਭਰਾਵਾਂ ਦੇ ਰੂਪ 'ਚ ਗੁੰਡਾ ਅੰਸਰ
ਜਿਹੜਾ ਸਰਕਾਰ ਦੀ ਸ਼ਹਿ ਦੇ ਉੱਤੇ ਗੁੰਡਾ ਕਿਵੇਂ ਕਰ ਸਕਦਾ? 1 ਮਿੰਟ ਦੀ ਪੁਲਿਸ ਸਿੱਧਾ ਕਰ ਦੇ। ਗੁੰਡਾ ਅਨਸਰ ਜੇ ਆਪਣੀ ਸਰਕਾਰ ਦੀ ਸ਼ਹਿ ਦੇ ਉੱਤੇ ਮਾਹੌਲ ਖਰਾਬ ਕਰਕੇ ਆਪਣੀ ਵੋਟ ਦੀ ਰਾਜਨੀਤੀ ਕਰੇ ਵੀ ਮੈਂ ਆਉਣ ਵਾਲੇ ਟਾਈਮ 'ਚ 2022 'ਚ ਵੋਟਾਂ ਲੈਣੀ ਹੈ, ਉਹ ਬਰਦਾਸ਼ਤ ਨਹੀਂ ਹੋਏਗਾ। ਭਾਰਤੀ ਜਨਤਾ ਪਾਰਟੀ ਨੇ ਕਦੀ ਪੰਜਾਬ ਦੇ ਵਿੱਚ ਸੱਤਾ ਹਥਿਆਉਣ ਲਈ ਰਾਜਨੀਤੀ ਨਹੀਂ ਕੀਤੀ ਕਿ 23 ਸੀਟਾਂ 'ਤੇ ਸਮਝੌਤਾ ਸ਼੍ਰੋਮਣੀ ਅਕਾਲੀ ਦਲ ਨਾਲ ਕੇਵਲ ਅਮਰ ਔਰ ਸ਼ਾਂਤੀ ਲਈ ਕੀਤਾ। ਉਹਨੂੰ ਸਬਰ ਰਿਹਾ ਵੀ 23 ਸੀਟਾਂ ਹੈ, ਪੰਜਾਬ 'ਚ ਅਮਨ ਸ਼ਾਂਤੀ ਬਣੀ ਰਹੇ। ਸਾਡੀ ਭਾਈਵਾਲ ਪਾਰਟੀ ਸੀ, ਅਸੀਂ ਨਹੀਂ ਛੱਡੀ, ਉਹਨਾਂ ਨੇ ਛੱਡੀ ਆਪਣੀ ਵੋਟ ਦੀ ਰਾਜਨੀਤੀ ਕਰਕੇ। ਤੁਹਾਡੇ ਸਵਾਲ ਵੀ ਨਹੀਂ ਕੀਤਾ, ਮੈਂ ਜਵਾਬ ਆਪਣੇ ਵੱਲੋਂ ਦੇ ਰਿਹਾ ਕਿਉਂਕਿ ਭਾਰਤੀ ਜਨਤਾ ਪਾਰਟੀ ਇੱਕ ਦੇਸ਼ ਪ੍ਰੇਮੀ ਪਾਰਟੀ ਹੈ, ਦੇਸ਼ ਹਿੱਤ ਦੀ ਪਾਰਟੀ ਹੈ, ਅਮਨ ਔਰ ਸ਼ਾਂਤੀ ਦੀ ਪ੍ਰਤੀਕ ਹੈ, ਦੇਸ਼ ਔਰ ਏਕਤਾ ਔਰ ਅਖੰਡਤਾ ਦੀ ਪ੍ਰਤੀਕ ਹੈ। ਉਸ ਪਾਰਟੀ ਨੇ ਅਮਰ ਸ਼ਾਂਤੀ ਲਈ ਹਮੇਸ਼ਾ ਸੈਕਰੀਫਾਈਸ ਕੀਤਾ ਔਰ ਅੱਜ ਵੀ ਭਾਰਤੀ ਜਨਤਾ ਪਾਰਟੀ ਰਾਜਨੀਤੀ ਰੋਟੀਆਂ ਸੇਕਣੀਆਂ ਨਹੀਂ ਚਾਹੁੰਦੀ। ਅਮਨ ਔਰ ਸ਼ਾਂਤੀ ਲਈ ਕੋਈ ਵੱਡੀ ਤੋਂ ਵੱਡੀ ਕੁਰਬਾਨੀ ਦੇਣੀ ਚਾਹੁੰਦੀ ਹੈ ਤਾਂ ਦੇਣ ਲਈ ਤਿਆਰ ਬੈਠੀ। ਅਗਰਵਾਲ ਸਾਹਿਬ, ਤੁਸੀਂ ਗੱਲ ਕੀਤੀ ਵੀ ਸੱਤਾ ਹਥਿਆਉਣ ਦੀ ਸਾਡੀ ਰਾਜਨੀਤੀ ਨਹੀਂ ਹੈਗੀ, ਸੱਤਾ ਹਥਿਆਉਣ ਦੀ ਕੋਈ ਮਨਸ਼ਾ ਨਹੀਂ ਹੈਗੀ, ਤਾਂ ਤੁਸੀਂ ਮੰਗ ਤਾਂ ਕਰ ਰਹੇ ਹੋ ਕਿ ਜਿਹੜੀ ਪੰਜਾਬ ਸਰਕਾਰ ਬਰਖਾਸਤ ਕੀਤੀ ਜਾਵੇ, ਇੱਥੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਹੈ। ਇਹਦਾ ਸਿੱਧਾ ਮਤਲਬ ਤਾਂ ਵੀ ਰਾਜ ਸਾਨੂੰ ਦੇ ਦਿੱਤਾ ਜਾਵੇ। ਕੋਈ ਰਾਸ਼ਟਰਪਤੀ ਰਾਜ ਡੈਮੋਕ੍ਰੇਸੀ ਹੈ। ਜਦ ਤੁਸੀਂ ਇੱਕ ਪਰਿਵਾਰ ਦੇ ਵਿੱਚ, ਆਪਾਂ ਗੱਲ ਪਰਿਵਾਰ ਦੀ ਕਰਦੇ ਆ, ਇੱਕ ਪਰਿਵਾਰ ਦਾ ਮੁਖੀਆ ਹੈ, ਜਦ ਉਸ ਮੁਖੀਏ ਤੋਂ ਘਰ ਹੀ ਨਹੀਂ ਚੱਲਦਾ, ਹਬੜ ਦਬੜ ਹੋ ਰਹੀ ਹੈ, ਪਰਿਵਾਰ 'ਚ 5 ਬੱਚੇ ਰਹਿ ਰਹੇ ਹੈ, 6 ਰਹਿ ਰਹੇ ਹੈ, ਇੱਕ ਦੂਜੇ ਨਾਲ ਕਸੁੰਨ ਮੁੱਕੀ ਹੋ ਰਹੀ ਹੈ, ਉਹਦੇ ਨਾਲ ਲੜ ਰਿਹਾ, ਛੋਟਾ ਪਰਿਵਾਰ ਹੋ ਗਿਆ। ਇਹਦਾ ਮਤਲਬ ਹੈ ਕਿ ਉਹ ਮੁਖੀਆ ਉਸ ਨੂੰ ਸੰਭਾਲ ਨਹੀਂ ਸਕਦਾ। ਹਰਿਆਣੇ ਬਾਰੇ ਕੀ ਕਹੋਗੇ? ਹਾਂਜੀ, ਹਰਿਆਣੇ ਬਾਰੇ ਕੀ ਕਹੋਗੇ? ਉੱਥੇ ਵੀ ਕੁਛ ਇਹੀ ਹੋ ਰਿਹਾ। ਹਰਿਆਣੇ ਬਾਰੇ ਮੈਨੂੰ ਤਾਂ ਨਹੀਂ ਲੱਗਦਾ ਕੋਈ ਉੱਥੇ ਕੋਈ ਇਸ ਟਾਈਪ ਦੀ ਗੜਬੜ ਹੈ। ਬਹੁਤ ਬੁਰੀ ਤਰ੍ਹਾਂ ਹੋਇਆ ਜੀ, ਜਗ੍ਹਾ ਤੇ ਪ੍ਰਦਰਸ਼ਨ ਹੋਏ ਨੇ। ਮੈਂ ਤਾਂ ਮੁੱਖ ਮੰਤਰੀ ਧਾਰਨ ਦੇਤੀ। ਦੇਖੋ, ਮੇਰੀ ਫੇਰ ਵੀ ਸਾਡੇ ਮੁੱਖ ਮੰਤਰੀ ਦੀ ਬੜੀ ਸੰਜੀਦਗੀ ਹੈ ਕਿ ਉਹ ਕਿਸਾਨ ਭਰਾਵਾਂ ਨੇ ਅਗਰ ਕੋਈ ਗਲਤ ਕੰਮ ਕਰਦੇ ਆ ਉਹਨੂੰ ਉੱਥੇ ਕਹਿੰਦੇ ਵੀ ਸਾਡੇ ਨਾਲ ਆ ਕੇ ਮੀਟਿੰਗ ਕਰੋ। ਔਰ ਗੁੰਡਾ ਅਨਸਰ ਜਿਹੜਾ ਕਿੱਥੇ ਹੈ, ਉਹਨੇ ਇਸ ਕਰਕੇ ਉਹ ਐਕਟ ਬਣਾਇਆ, ਬਖਸ਼ਿਆ ਨਹੀਂ ਜਾਏਗਾ। ਅਨਿਲ ਵਿਜ ਸਾਡਾ ਹੋਮ ਮਿਨਿਸਟਰ ਹੈ, ਹਮੇਸ਼ਾ ਉਹਨੇ ਡਿਬੇਟ ਦਿੱਤੀ ਹੈ ਵੀ ਕੋਈ ਹੋਵੇ ਬਖਸ਼ਿਆ ਨਹੀਂ ਜਾਏਗਾ। ਪਰਚੇ ਦਰਜ ਹੋਏ, ਅੰਦਰ ਵੀ ਹੋਏ, ਉੱਤੇ ਪਰਚੇ ਤਾਂ ਉਰੇ ਵੀ ਦਰਜ ਹੋਏ ਨੇ। ਪਰ ਮੈਂ ਇੱਕ ਗੱਲ ਕਹਿਣਾ ਚਾਹ ਰਿਹਾ ਕਿ ਜਿਸ ਤਰ੍ਹਾਂ ਦੇ ਤੁਸੀਂ ਇਹ ਮੰਗ ਕਰ ਰਹੇ ਹੋ ਕਿ ਇਹ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ, ਰਾਸ਼ਟਰਪਤੀ ਰਾਜ ਲੱਗਣ ਦਾ ਮਤਲਬ ਹੈ ਵੀ ਸਿੱਧਾ ਜਿਹੜਾ ਪੰਜਾਬ ਆ ਉਹ ਕੇਂਦਰ ਦੇ ਅਧੀਨ ਹੋ ਜਾਏਗਾ। ਕੇਂਦਰ ਦੇ ਵਿੱਚ ਬੀਜੇਪੀ ਬੈਠੀ ਹੈ, ਬੀਜੇਪੀ ਦੇ ਤੁਸੀਂ ਹੋ, ਇਹਦਾ ਮਤਲਬ ਸਿੱਧਾ ਰਾਜ ਸਾਨੂੰ ਦੇ ਦਿੱਤਾ ਜਾਵੇ? ਨਹੀਂ, ਇਹ ਗਲਤਫਹਿਮੀ ਹੈ। ਬਿਲਕੁਲ ਭਾਰਤੀ ਜਨਤਾ ਪਾਰਟੀ ਕਿਸੇ ਕਿਸਮ ਦਾ ਰਾਜ ਹਥਿਆਨ ਕਰਕੇ ਐਸੀ ਗੱਲ ਨਹੀਂ ਦੇ ਰਹੀ। ਤਾਂ ਫਿਰ ਇਹ ਮੰਗ ਦਾ ਮਤਲਬ ਇਹ ਹੈ ਵੀ ਇਹਨਾਂ ਤੋਂ ਨਹੀਂ ਸੰਭਲਦਾ ਰਾਸ਼ਟਰਪਤੀ ਰਾਜ, ਐਡਮਿਨਿਸਟ੍ਰੇਸ਼ਨ ਦੇ ਹੱਥ ਸਾਰਾ ਕੁਝ ਹੋ ਜਾਏਗਾ। ਯਾਨੀ ਇਹਨਾਂ ਨੂੰ ਨਹੀਂ ਸੰਭਲਦਾ, ਸਾਨੂੰ ਦੇ ਦਿਓ। ਨੋ, ਰਾਸ਼ਟਰਪਤੀ ਰਾਜ ਦਾ ਮਤਲਬ ਇਹ ਨਹੀਂ ਕਿ ਬੀਜੇਪੀ ਦਾ ਰਾਸ਼ਟਰਪਤੀ ਆਪਣਾ ਕੋਈ ਗਵਰਨਰ ਹੈਗਾ, ਇਹ ਗਲਤ ਗੱਲ ਹੈ। ਜੇ ਗਵਰਨਰ ਦੀ ਗੱਲ ਕਰਦੇ ਹੋ ਤਾਂ ਗਵਰਨਰ ਦੀ ਫਿਰ ਇੱਕ ਗੱਲ ਲੰਬੀ ਚਲੀ ਜਾਣੀ ਹੈ। ਗਵਰਨਰ ਤੁਸੀਂ ਦਿੱਲੀ ਦੇ ਵਿੱਚ ਸਾਰਾ ਜਿਹੜਾ ਚੁਣੀ ਹੋਈ ਸਰਕਾਰ ਦੇ ਹੱਕ ਸਾਰੇ ਖੋਲੇ ਗਵਰਨਰ ਦੇ ਥਰੂ। ਦਿੱਲੀ ਦਾ ਤਾਂ ਸ਼ੁਰੂ ਤੋਂ ਇਸ ਤਰ੍ਹਾਂ ਚੱਲਦਾ ਆ ਰਿਹਾ। ਇਹ ਵੀ ਜਿਹੜਾ ਦਿੱਲੀ ਦੀ ਸੈਟਅਪ ਹੈ ਸਾਰੀ ਕਾਂਗਰਸ ਨੇ ਆਪਣੇ ਤਰੀਕੇ ਨਾਲ ਕੀਤੀ ਹੋਈ ਹੈ। ਕਾਂਗਰਸ ਦੇ ਰਾਜ 'ਚ ਦਿੱਲੀ ਪੁਲਿਸ ਉਹਨਾਂ ਦੇ ਅੰਡਰ ਸੀ, ਕਾਂਗਰਸ ਦੇ ਰਾਜ ਸਾਰਾ ਸਿਸਟਮ ਸੀ। ਮੇਰੀ ਗੱਲ ਸੁਣੋ, ਉਹ ਸਿਸਟਮ ਹੁਣ ਹੋ ਗਿਆ, ਹੁਣ ਗੱਲ ਫਿਰ ਉਸ ਤਰੀ ਆ ਜਾਏਗੀ। ਕਾਂਗਰਸ ਦਾ ਮੈਨੀਫੈਸਟੋ ਸੀ, ਆ ਸਾਰੇ ਬਿੱਲ ਸਾਰੇ ਇਹ ਲੈ ਕੇ ਆਏ, ਮੋਦੀ ਜੀ ਨੇ ਇੰਪਲੀਮੈਂਟ ਕਰਦੇ, ਤਕਲੀਫ ਹੋ ਗਈ। ਹੁਣ ਅਗਰਵਾਲ ਸਾਹਿਬ, ਇੱਕ ਚੀਜ਼ ਜਿਹੜੀ ਹੈਗੀ ਆ ਉਹ ਇਹ ਹੈ, ਸਵਾਲ ਇੱਥੇ ਪੈਦਾ ਇਹ ਹੁੰਦਾ ਕਿ ਇੱਕ ਸਰਕਾਰ ਨੇ ਕੋਈ, ਮੰਨ ਲਓ ਕਿ ਤੁਸੀਂ ਕਹਿੰਦੇ ਵੀ ਉਹਦਾ ਗਲਤ ਕੀਤਾ ਹੋਇਆ ਸੀ ਕੰਮ, ਇਹ ਉਹਦਾ ਕੀਤਾ ਹੋਇਆ ਸੀ, ਤੁਹਾਨੂੰ ਤਾਂ ਸਮਝ ਹੈਗੀ ਹੈ, ਤੁਸੀਂ ਤਾਂ ਪਬਲਿਕ ਦੇ ਹਿੱਤਾਂ ਦੀ ਗੱਲ ਕਰਦੇ ਹੋ, ਫਿਰ ਤੁਸੀਂ ਕਿਉਂ ਗਲਤ ਕੰਮ ਕਰਤਾ? ਫਿਰ ਉਹ ਭਲਾ ਕਿਹੜਾ ਗਲਤ ਕੰਮ ਜਿਹੜਾ ਤੁਸੀਂ ਕਹਿ ਰਹੇ ਹੋ? ਪਬਲਿਕ ਤਾਂ ਇਹਨੂੰ ਗਲਤ ਕੰਮ ਕਹਿ ਰਹੀ ਹੈ। ਬਿਲਕੁਲ ਪਬਲਿਕ ਗਲਤ ਕੰਮ ਨਹੀਂ ਕਹਿ ਰਹੀ। ਜੇ ਰਾਜਪਾਲ ਦੇ ਅਧੀਨ ਰਾਜ ਚਲਾ ਗਿਆ ਤਾਂ ਉਹ ਪਬਲਿਕ, ਇੱਕ ਟਵੀਟ ਪਿੱਛੇ ਜੇ ਆਇਆ ਕਿ ਮੈਂ ਜਿਹੜਾ LG ਨੂੰ ਵੋਟ ਨਹੀਂ ਪਾਈ, ਮੈਂ ਵੋਟ ਪਾਈ ਹੈ ਕੇਜਰੀਵਾਲ ਨੂੰ, ਮੈਂ ਪਾਈ ਹੈ ਆਮ ਆਦਮੀ ਪਾਰਟੀ ਨੂੰ, ਤੇ ਸਰਕਾਰ ਜਿਹੜੀ LG ਦੇ ਅਧੀਨ ਕਿਉਂ ਚਲੀ ਜਾਵੇ? ਦੇਖੋ, ਗੱਲ ਇਹ ਹੈ, ਵੋਟ ਪਾਉਂਦੇ ਹੋਏ ਉਸ ਨੂੰ ਇਹ ਨਹੀਂ ਪਤਾ ਸੀ ਵੀ ਸਾਡਾ ਮੁਖੀਆ ਕੈਸਾ ਹੋਏਗਾ। ਇੱਕ ਇੰਪ੍ਰੈਸ਼ਨ ਹੁੰਦਾ ਹੈ, ਅਗਲਾ ਆਪਣਾ ਮੈਨੀਫੈਸਟੋ ਆਪਣਾ ਦਿੰਦਾ ਹੈ, ਬੋਰਡ ਲਗਾ ਕੇ ਲੋਕਾਂ ਨੂੰ ਪ੍ਰਲੋਭਿਤ ਕਰਦਾ ਹੈ ਕਿ ਮੈਂ ਫ੍ਰੀ ਬਿਜਲੀ ਦਊਂਗਾ, ਫ੍ਰੀ ਪਾਣੀ ਦਊਂਗਾ, ਫ੍ਰੀ ਇਹ ਦਊਂਗਾ, ਫ੍ਰੀ ਉਹ ਦਊਂਗਾ। ਉਹਦੇ ਕਰਕੇ ਅਗਲਾ ਸੋਚ ਕੇ ਵੋਟ ਪਾ ਦਿੰਦਾ ਹੈ। ਜਦ ਵੋਟ ਪਾਉਣ ਤੋਂ ਬਾਅਦ ਮੈਂ ਕਹਿੰਦਾ ਚਲ ਕੁਝ ਵਾਅਦੇ ਪੂਰੇ ਵੀ ਕਰਤੇ। ਸਭ ਤੋਂ ਵੱਡੀ ਗੱਲ ਲਾਅ ਐਂਡ ਆਰਡਰ ਦੀ ਹੁੰਦੀ ਹੈ। ਲਾਅ ਐਂਡ ਆਰਡਰ ਦੇ ਵਿੱਚ ਅਰਾਜਕਤਾ ਜਿਹਨੂੰ ਕਹਿੰਦੇ ਆ ਫੈਲ ਜਾਂਦੀ ਹੈ। ਦਿੱਲੀ ਤਾਂ ਲਾਅ ਐਂਡ ਆਰਡਰ ਤੁਹਾਡੇ ਹੱਥ 'ਚ ਹੈ? ਨਹੀਂ, ਦਿੱਲੀ ਲਾਅ ਐਂਡ ਆਰਡਰ ਹੱਥ ਸੀਗੇ ਤਾਂ ਉਹਨਾਂ ਨੇ ਮੇਨਟੇਨ ਕੀਤਾ। ਜੇ ਦਿੱਲੀ 'ਚ ਲਾਅ ਐਂਡ ਆਰਡਰ ਹੁੰਦਾ ਤਾਂ ਕੋਵਿਡ ਵੀ ਮੇਨਟੇਨ ਨਾ ਹੁੰਦਾ। ਪਰ ਫਿਰ ਆਪਾਂ ਨੂੰ ਸੱਤਾ ਜਿਹੜੀ LG ਨੂੰ ਦੇਣ ਦੀ ਕੀ ਮਤਲਬ ਬਣ ਗਿਆ? ਸੱਤਾ ਕੋਈ LG ਦੇ ਦੇਣ ਨੂੰ ਨਹੀਂ ਹੈ, ਕੁਝ ਪਾਵਰਸ ਇਸ ਕਰਕੇ ਦਿੱਤੀ ਹੈ ਵੀ ਕੇਜਰੀਵਾਲ ਆਪਣੀ ਵੋਟ ਦੀ ਰੋਟੀਆਂ ਸੇਕਣ ਲਈ ਉਸ ਨੂੰ ਇੰਪਲੀਮੈਂਟ ਨਹੀਂ ਕਰਦਾ। ਐਡਮਿਨਿਸਟ੍ਰੇਸ਼ਨ ਚਾਹੇ ਆਪਣਾ ਕੰਮ ਹੋਵੇ, ਹੁਣ ਜਿਵੇਂ ਕੋਵਿਡ ਸੀਗਾ, ਕੋਵਿਡ ਦੇ ਵਿੱਚ ਤਾਂ ਲੋਕਾਂ ਵਾਸਤੇ ਆਮ ਸੀਗਾ। ਜਦ ਕੋਵਿਡ ਦੀ ਉੱਥੇ ਰੇਸ਼ੋ ਬਹੁਤ ਜ਼ਿਆਦਾ ਵੱਧ ਗਈ ਤਾਂ ਖੁਦ ਅਮਿਤ ਸ਼ਾਹ ਨੂੰ ਉੱਥੇ ਆਉਣਾ ਪਿਆ। ਕੇਜਰੀਵਾਲ ਨੂੰ ਸਾਈਡਲਾਈਨ ਕਰਕੇ ਅਮਿਤ ਸ਼ਾਹ ਜੀ ਨੇ ਆਪ ਵਿਜ਼ਿਟ ਕੀਤੀ ਤਾਂ ਕੋਵਿਡ ਦੀ ਜਿਹੜੀ ਰੇਸ਼ੋ ਉੱਥੇ ਘਟੀ। ਇਹ ਆਪਸ ਦੇ ਵਿੱਚ ਕੋਆਰਡੀਨੇਸ਼ਨ ਹੈ। ਪਰ ਉੱਥੇ ਦਾ ਮਤਲਬ ਤਾਂ ਇਹ ਹੋ ਗਿਆ, ਤੁਸੀਂ ਉੱਥੇ ਤਾਂ ਬਿੱਲ ਦੇ ਵਿੱਚ ਇਹ ਲਿਖਿਆ ਗਿਆ ਕਿ ਸਰਕਾਰ ਦਾ ਮਤਲਬ ਹੈ ਲੈਫਟੀਨੈਂਟ ਗਵਰਨਰ, ਉਪ ਰਾਜਪਾਲ। ਦੇਖੋ, ਮੈਂ ਤੁਹਾਡੇ ਇਸ ਤਰਕ ਨਾਲ ਸਹਿਮਤ ਨਹੀਂ ਹੁੰਦਾ। ਰਾਜਪਾਲ, ਚੀਫ ਮਿਨਿਸਟਰ
ਰਾਸ਼ਟਰਪਤੀ, ਸੈਂਟਰ ਦੀ ਸਰਕਾਰ, ਜੇ ਇਹ ਸਾਰੀ ਆਪਾਂ ਲੋਕਾਂ ਦੀ ਭਲਾਈ ਵਾਸਤੇ ਬਣੀ ਹੋਈ ਹੈ ਔਰ ਕੋਆਰਡੀਨੇਸ਼ਨ ਦੇ ਨਾਲ ਆਪਸ 'ਚ ਚੱਲਣਾ ਚਾਹੀਦਾ ਹੈ। ਹੁਣ ਜੇ ਕਿਤੇ ਨਾ ਕਿਤੇ ਕੋਈ ਰਾਜਨੀਤੀ ਕਰਦਾ ਹੈ, ਮੇਰੀ ਗੱਲ ਸਮਝੋ, ਉਹ ਚੀਜ਼ ਗਲਤ ਹੈ। ਮੈਂ ਇਸ ਚੀਜ਼ ਨੂੰ ਪੰਜਾਬ ਮਾਮਲੇ 'ਚ ਕੀ ਕਹੋਗੇ? ਨਹੀਂ, ਪੰਜਾਬ ਮਾਮਲੇ ਦੇ ਵਿੱਚ ਦੱਸੋ ਕਿਹੜਾ ਪੰਜਾਬ ਮਾਮਲੇ 'ਚ ਆਪਾਂ ਮੰਗ ਕਰ ਰਹੇ ਹਾਂ ਕਿ ਇਹਦੇ ਸ਼ਰੇਆਮ ਇੱਕ ਵੀਡੀਓ ਦੇ ਬਰਖਾਸਤ ਕੀਤਾ ਜਾਵੇ। ਸਰ, ਮੈਂ ਇੱਕ ਬੜਾ ਤੁਹਾਡੇ ਤੋਂ ਬੜਾ ਅਜੀਬ ਜੀ ਗੱਲ ਮੈਨੂੰ ਲੱਗੀ, ਸਾਰੇ ਬਲਕਿ ਪੱਤਰਕਾਰਾਂ ਨੂੰ ਇੱਕ ਡੈਮੋਕ੍ਰੇਸੀ ਦੇ ਰੂਪ ਦੇ ਵਿੱਚ, ਮਤਲਬ ਇਹ ਗੱਲ ਜਿਹੜੀ ਕੱਲ ਹੋਈ ਹੈ ਸ਼ਰੇਆਮ ਪੁਲਿਸ ਦੀ ਮੌਜੂਦਗੀ 'ਚ, ਬਿਲਕੁਲ ਅਸੀਂ ਨਿੰਦਾ ਕਰਦੇ ਹਾਂ, ਘੋਰ ਨਿੰਦਾ ਕਰਦੇ ਹਾਂ, ਤੇ ਉਹਨਾਂ ਬੰਦਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੇ ਬੰਦਿਆਂ ਨੇ ਇਹ ਕੰਮ ਕੀਤਾ। ਅੱਗੇ ਤੋਂ ਇਸ ਚੀਜ਼ ਦੀ ਇਹੋ ਜਿਹੀ ਕੰਮ ਨਾ ਹੋਵੇ, ਇਸ ਚੀਜ਼ ਦਾ ਵੀ ਪ੍ਰਸ਼ਾਸਨ ਨੂੰ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਜਿਹੜੇ ਵੀ ਆਗੂ ਹੈਗੇ ਨੇ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਨੇ, ਉਹਨਾਂ ਦੀ ਸੁਰੱਖਿਆ ਦਾ ਧਿਆਨ ਰੱਖਣਾ ਸਰਕਾਰ ਦਾ, ਪੁਲਿਸ ਦਾ ਕੰਮ ਹੈ। ਇਹ ਅਸੀਂ ਆਪਣੇ ਚੈਨਲ ਦੇ ਮਾਧਿਅਮ ਨਾਲ ਕਹਿ ਰਹੇ ਹਾਂ। ਤੁਸੀਂ ਇਸ ਗੱਲ ਨੂੰ ਨਹੀਂ ਕਹਿ ਸਕਦੇ ਵੀ ਅਸੀਂ ਉਹਨਾਂ ਦੇ ਖਿਲਾਫ ਬੋਲ ਰਹੇ ਹਾਂ। ਦੇਖੋ, ਮੈਂ ਫਿਰ ਇਹ ਗੱਲ ਕਹਿ ਰਿਹਾ, ਅਸੀਂ ਤਾਂ ਉਹਨਾਂ 'ਤੇ ਐਲੀਗੇਸ਼ਨ ਲਗਾ ਰਹੇ ਹਾਂ। ਜੇ ਤੁਹਾਡੇ ਸਾਹਮਣੇ, ਮੈਂ ਇੱਥੇ ਦਾ ਮੁਖੀ ਹਾਂ, ਮੇਰੇ ਸਾਹਮਣੇ ਚੀਰ ਹਰਨ ਹੋ ਰਿਹਾ, ਜਿਵੇਂ ਪੰਜਾਬੀ 'ਚ ਕਹਿੰਦੇ ਆ, ਜਾਂ ਕੋਈ ਬਲਤਕਾਰ ਹੋ ਰਿਹਾ, ਇਸ ਟਾਈਪ ਦੀ ਸ਼ਰਮਨਾਕ ਨਿੰਦਨੀय ਘਟਨਾ ਹੋ ਰਹੀ ਹੈ, ਔਰ ਅਸੀਂ ਕੱਪੜੇ ਫੜ ਗਏ। ਔਰ ਕਿਉਂਕਿ ਐਮਐਲਏ ਹੈ, ਇੱਕ ਚੁਣਿਆ ਹੋਇਆ ਨੁਮਾਇੰਦਾ ਹੈ, ਖੂਨ ਖੋਲਦਾ, ਸਾਡਾ ਖੂਨ ਖੋਲਦਾ। ਮੈਨੂੰ ਬੜੀ ਸ਼ਰਮ ਦੀ ਬੜੀ ਨਾਕ ਘਟਨਾ ਜਿਹੜੀ ਸਾਡੇ ਮੁੱਖ ਮੰਤਰੀ ਪੰਜਾਬ ਦੇ ਹੁੰਦੇ ਹੋਏ ਹੋ ਜੇ, ਤਾਂ ਜ਼ੁਲਮ ਕਰਨ ਵਾਲਾ ਸਹਿਣ ਵਾਲਾ ਤਾਂ ਚਲੋ ਛੱਡੋ, ਜ਼ੁਲਮ ਕਰਨ ਵਾਲਾ ਪਾਪ ਹੈ। ਜਿਹਦੇ ਸਾਹਮਣੇ ਜ਼ੁਲਮ ਹੋ ਰਿਹਾ ਹੈ, ਜਿਹਦੀ ਮੌਜੂਦਗੀ 'ਚ ਜ਼ੁਲਮ ਹੋ ਰਿਹਾ ਹੈ, ਜਿਹਦੀ ਰਹਿਨਮਾਈ 'ਚ ਜ਼ੁਲਮ ਹੋ ਰਿਹਾ ਹੈ, ਜਿਹਦੀ ਆਪਣੇ ਉਹਦੇ ਵਿੱਚ ਲੀਡਰਸ਼ਿਪ 'ਚ ਜ਼ੁਲਮ ਹੋ ਰਿਹਾ ਹੈ, ਤਾਂ ਉਸ ਦਾ ਕਸੂਰਵਾਰ ਲੀਡਰ ਹੀ ਹੋਏਗਾ। ਉਹਨੂੰ ਆਪਣੇ ਆਪ ਨੂੰ ਉਹਦਾ ਪ੍ਰਜਾ ਦਾ ਮੁਖੀਆ ਹੋਣ ਦਾ ਕੋਈ ਹੱਕ ਨਹੀਂ। ਹੀ ਸ਼ੁੱਡ ਰਿਜ਼ਾਈਨ ਹਿਮਸੈਲਫ ਵਿਦਆਊਟ ਸੇ ਐਨੀਥਿੰਗ। ਕਿਉਂਕਿ ਬਿਹਾਰ ਦੇ ਵਿੱਚ ਤਾਂ ਜਿਹੜਾ ਵਿਧਾਨ ਸਭਾ ਦੇ ਵਿੱਚ ਹੀ ਕਾਫੀ ਕੁਝ ਹੋ ਗਿਆ ਜੀ, ਉੱਥੇ ਮਾਰ ਕੁੱਟ ਹੋ ਗਈ, ਐਮਐਲਏ ਨੂੰ ਸਟੇਚਰਾਂ ਤੇ ਪਾ ਕੇ ਲੈ ਗਏ। ਦੇਖੋ, ਗੱਲ ਇਹ ਹੈ, ਬਿਹਾਰ ਦਾ ਮਾਮਲਾ ਬਿਹਾਰ ਵਾਲਿਆਂ ਨੂੰ ਪਤਾ ਹੈ, ਮੈਂ ਉਹਦੇ ਉੱਤੇ ਕੋਈ ਕਮੈਂਟ ਨਹੀਂ ਕਰਨਾ ਚਾਹਾਂਗਾ। ਉੱਥੇ ਦੀ ਰਾਜਨੀਤੀ ਕੀ ਹੈ, ਕਿਸ ਤਰ੍ਹਾਂ ਦੀ ਹੈ, ਮੈਂ ਤਾਂ ਪੰਜਾਬ ਦਾ ਬੁਲਾ ਰਿਹਾ। ਪੰਜਾਬ ਦੀ ਰਾਜਨੀਤੀ ਤੱਕ ਤੁਹਾਡੇ ਸਵਾਲ ਜਵਾਬ ਕਰ ਸਕਦਾ, ਜਿੰਨੇ ਮਰਜ਼ੀ ਤੁਸੀਂ ਮੇਰੇ ਨਾਲ ਕਰੋ। ਅੱਜ ਦੇ ਵਿੱਚ ਜਿੱਥੇ ਮਰਜ਼ੀ ਪੁੱਛ ਲਓ, ਪਬਲਿਕ ਡਿਬੇਟ ਲੈ ਲਓ। ਅੱਜ ਪੰਜਾਬ ਰਾਜਨੀਤੀ ਜੰਗਲ ਰਾਜ ਹੈ, ਜਿਹਦੀ ਕੋਈ ਸੁਣਾਈ ਨਹੀਂ, ਕੋਈ ਅਪੀਲ ਨਹੀਂ, ਕੋਈ ਦਲੀਲ ਨਹੀਂ, ਕੋਈ ਕਿਸੇ ਦੀ ਸਿਕਿਉਰਿਟੀ ਨਹੀਂ। ਕੇਵਲ ਬੀਜੇਪੀ ਦੇ ਲੀਡਰਾਂ ਨੂੰ ਟਾਰਗੇਟ ਬਣਾਇਆ ਜਾ ਰਿਹਾ ਹੈ। ਮੇਰਾ ਸਵਾਲ ਤੁਹਾਡੇ ਮਾਧਿਅਮ ਤੇ ਇਹ ਹੈ, ਵਾਈ ਓਨਲੀ ਦਾ ਬੀਜੇਪੀ ਲੀਡਰ ਬੀ ਦਾ ਟਾਰਗੇਟਿਡ? ਮੇਰਾ ਇੱਕ ਕੁਐਸਚਨ ਹੈ, ਕਿਉਂ ਬੀਜੇਪੀ ਦੇ ਲੀਡਰ ਟਾਰਗੇਟਿਡ ਬਣਾਇਆ? ਇਹਦੇ ਵਿੱਚ ਸਰਕਾਰ ਦਾ ਕੀ ਮੰਥਨ ਹੈ, ਕੀ ਮਹੱਤਵ ਹੈ, ਕੀ ਸੋਚ ਹੈ? ਮੈਂ ਸਰਕਾਰ ਤੋਂ ਇਹਦਾ ਜਵਾਬ ਮੰਗਦਾ। ਔਰ ਪ੍ਰੋਪਰ ਸਿਕਿਉਰਿਟੀ ਮੰਗਣ ਤੋਂ ਬਾਅਦ ਹਜੇ ਤੱਕ ਵੀ ਸਾਡੇ ਬੀਜੇਪੀ ਦੇ ਲੀਡਰਾਂ ਕੋਲ ਸਮੇਤ ਮੇਰੇ ਪ੍ਰੋਪਰ ਐਡੂਕੇਟ ਸਿਕਿਉਰਿਟੀ ਨਹੀਂ ਹੈ। ਇਹ ਸਰਕਾਰ ਨੇ ਦੇਖਣਾ ਹੈ ਸਾਡੀ ਜਾਨ ਮਾਲ ਦੀ ਰੱਖਿਆ ਕਿਵੇਂ ਕਰਨੀ ਹੈ। ਸਾਰੀਆਂ ਪਾਰਟੀਆਂ ਸਰਕਾਰ ਲਈ ਬਰਾਬਰ ਸੀ ਹੈ, ਹੋਣੀਆਂ ਚਾਹੀਦੀਆਂ ਨੇ, ਜਦਕਿ ਸਾਨੂੰ ਲੱਗ ਨਹੀਂ ਰਿਹਾ। ਅਸੀਂ ਉੱਥੇ ਆਪਣੇ ਆਪ ਨੂੰ ਬਹੁਤ ਅਨਸੇਫ, ਅਨਸਿਕਿਉਰ ਇਸ ਜੰਗਲ ਰਾਜ 'ਚ ਸਮਝਦੇ ਹਾਂ। ਇਸ ਕਰਕੇ ਅਸੀਂ ਕਹਿੰਦੇ ਪੰਜਾਬ ਦਾ ਅਸਤੀਫਾ ਦੇ ਕੇ ਅਤੇ ਰਾਸ਼ਟਰਪਤੀ ਰਾਜ ਹੋਣਾ ਚਾਹੀਦਾ। ਅੱਛਾ ਅਗਰਵਾਲ ਸਾਹਿਬ, ਇੱਕ ਚੀਜ਼ ਜਿਹੜੀ ਮੈਂ ਤੁਹਾਨੂੰ ਪੁੱਛਾਂਗਾ, ਪੰਜਾਬ ਦੀ ਪੁੱਛਾਂਗਾ, ਜਦੋਂ ਤੋਂ ਕੀ ਤੁਸੀਂ ਇਹ ਨਹੀਂ ਸਮਝਦੇ ਕਿ ਜਦੋਂ ਤੋਂ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਟੁੱਟਿਆ, ਉਸ ਸਮੇਂ ਤੋਂ ਬਾਅਦ ਜਿਹੜਾ ਹਿੰਦੂ ਸਿੱਖ ਮਾਮਲੇ ਜਿਹੜੇ ਉਹ ਜ਼ਿਆਦਾ ਉੱਠਣੇ ਸ਼ੁਰੂ ਹੋ ਗਏ ਨੇ? ਸੋਸ਼ਲ ਮੀਡੀਆ ਅੱਜ ਭਰਿਆ ਪਿਆ ਇਹਨਾਂ ਚੀਜ਼ਾਂ ਦਾ ਕਿ ਹਿੰਦੂ ਖਤਰੇ 'ਚ ਹੈ, ਹਿੰਦੂਆਂ ਨਾਲ ਆਹ ਕੁਛ ਹੋ ਰਿਹਾ। ਬੰਦਾ ਕੋਈ ਵੀ ਹੁੰਦਾ, ਉਹ ਕਿਸੇ ਵੀ ਪਾਰਟੀ ਨਾਲ ਸੰਬੰਧ ਹੁੰਦਾ, ਲੇਕਿਨ ਉਹਦੇ ਵਿੱਚੋਂ ਹਿੰਦੂ ਵਰਡ ਕੱਢਿਆ ਜਾਂਦਾ ਵੀ ਇਹ ਹਿੰਦੂਆਂ ਨਾਲ ਹੋ ਰਿਹਾ। ਕੀ ਇਹ ਤੁਸੀਂ ਸਮਝਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਜਿਹੜਾ ਹਿੰਦੂ ਸਿੱਖ ਏਕਤਾ ਦਾ ਇੱਕ ਵੱਡਾ ਜਿਹੜਾ ਥੰਮ ਸੀਗਾ, ਜਿਹੜਾ ਉਹ ਜਦੋਂ ਗੱਠਜੋੜ ਟੁੱਟਿਆ ਤੇ ਹਿੰਦੂ ਸਿੱਖ ਏਕਤਾ ਵੀ ਟੁੱਟ ਗਈ ਨਾਲ? ਦੇਖੋ, ਤੁਹਾਡੇ ਕੁਐਸਚਨ ਬੜਾ ਅੱਛਾ ਕੀਤਾ ਹੈ। ਇਹ ਤਾਂ ਬਹੁਤ ਹੀ ਅੱਛਾ ਸੀਗਾ। ਸਾਡੀ 23 ਸਾਲਾਂ ਦੀ ਭਾਈਵਾਲੀ, ਪਰ ਇਸ ਤੋਂ ਪਹਿਲਾਂ ਵੀ ਰਹੀ, 97 ਤੱਕ ਤੋਂ ਤੱਕ ਕੰਟੀਨਿਊਸਲੀ ਚੱਲੀ, ਪਹਿਲਾਂ ਵੀ ਰਹੀ। ਜਿਹੜੇ ਸਾਡੇ ਲਾਲ ਕ੍ਰਿਸ਼ਨ ਜੀ ਅਡਵਾਨੀ ਜੀ, ਬੜੇ ਬਾਦਲ ਸਾਹਿਬ ਜੀ, ਬੜੇ ਨੇਕ ਇਨਸਾਨ ਨੇ, ਉਹਨਾਂ ਨੇ ਸਮਝੌਤਾ ਕੀਤਾ, ਲੰਬਾ ਚੱਲਿਆ। ਔਰ ਸਾਡੀ ਪਾਰਟੀ ਕਈ ਵਾਰ ਕਹਿੰਦੀ ਰਹੀ ਨਹੀਂ 23 ਸੀਟਾਂ ਤੋਂ ਵੱਧ ਹੋਣਾ ਚਾਹੀਦਾ ਹੈ, ਲੇਕਿਨ ਇਹ ਮੰਨੇ ਨਹੀਂ, ਕਿਉਂਕਿ ਇਹਨਾਂ ਦੀ ਪਾਵਰ ਸੀ, ਬੜੇ ਭਾਈ ਸੀ, ਚਲੋ ਚੱਲਦੀ ਰਹੀ। ਔਰ ਬੜੀ ਅਮਨ ਔਰ ਸ਼ਾਂਤੀ ਰਹੀ। ਕਾਂਗਰਸ ਨੇ ਬੜਾ ਰੌਲਾ ਪਾਇਆ, ਆਤੰਕਵਾਦ ਆ ਜਾਏਗਾ, ਬਾਦਲ ਸਾਹਿਬ ਨੂੰ ਲਿਆਉਂਗੇ, ਟੈਰਰਿਜ਼ਮ ਹੋ ਜਾਏਗਾ, ਬਟ ਕੋਈ ਉਹਨਾਂ ਨੂੰ ਮੌਕਾ ਨਹੀਂ ਮਿਲਿਆ। ਬੜੇ ਅੱਛੇ ਢੰਗ ਦੇ ਨਾਲ ਉਹਨਾਂ ਨੇ ਸਰਕਾਰਾਂ ਚਲਾਈਆਂ, 5-5 ਸਾਲ ਸਰਕਾਰ ਚਲਾਈ, ਬਲਕਿ ਰਿਪੀਟ ਕੀਤੀਆਂ। ਸੋ ਅਸੀਂ ਇਸ ਗੱਲ ਨੂੰ ਬਿਲਕੁਲ ਮੰਨਦੇ ਹਾਂ ਵੀ ਸਾਡਾ ਇੱਕ ਆਪਸੀ ਭਾਈਚਾਰੇ ਦੇ ਨਾਲ ਇੱਕ ਹਿੰਦੁਸਤਾਨ 'ਚ ਪੂਰੇ ਵਰਲਡ ਦੇ ਵਿੱਚ ਇੱਕ ਮੈਸੇਜ ਸੀ। ਪੰਜਾਬ ਦੇ ਵਿੱਚ ਹਿੰਦੂ ਔਰ ਸਿੱਖ ਦੀ ਏਕਤਾ ਦਾ ਇੱਕ ਪ੍ਰਤੀਕ, ਇੱਕ ਮੈਸੇਜ ਆਉਂਦਾ ਸੀ। ਲੇਕਿਨ ਫਿਰ ਇਹਦੇ ਵਿੱਚ ਐਲੀਗੇਸ਼ਨ ਕਿਸ 'ਤੇ ਆਉਂਦਾ ਹੈ? ਇਹ ਤੋੜੀ ਕਿਸ ਨੇ? ਜਦ ਤੱਕ ਬਿੱਲ ਪਾਸ ਹੁੰਦਾ ਰਿਹਾ,
ਬੀਬਾ ਹਰਸਿਮਰਤ ਕੌਰ ਜੀ ਕਹਿੰਦੇ ਠੀਕ ਹੈ। ਬਿੱਲ ਕਿਨੇ ਪਾਸ ਕੀਤੇ? ਭਾਰਤੀ ਜਨਤਾ ਪਾਰਟੀ। ਬਿਲਕੁਲ ਪਾਸ, ਇਹਨਾਂ ਦੀ ਅੱਖਾਂ ਸਾਹਮਣੇ ਹੋਏ। ਮੁੱਖ ਮੰਤਰੀ ਜੀ ਵੀ ਮੈਂਬਰ ਸੀ। ਇਹ ਬਾਰ-ਬਾਰ ਇੱਕੋ ਵਾਰ ਕੁਐਸਚਨ ਕਰ ਲਓ, ਆਲ ਆਫ ਦੇ ਆਰ ਰਿਸਪੌਂਸੀਬਲ। ਇਹਨਾਂ ਦੀ ਸਹਿਮਤੀ ਦੇ ਨਾਲ ਹੋਏ। ਜਦ ਦੇਖਿਆ ਵੀ ਕਿਸਾਨ ਭਰਾਵਾਂ ਦਾ ਉੱਤੇ ਹੰਗਾਮਾ ਸ਼ੁਰੂ ਹੋ ਗਿਆ, ਇਹਨੇ ਕਿਹਾ ਵੀ ਅਸੀਂ ਤਾਂ ਗਏ ਵੋਟ ਦੀ ਰਾਜਨੀਤੀ ਕਰਕੇ, ਆਪਣੇ ਰਾਜਨੀਤੀ ਸਵਾਰਥ ਲਈ ਇਹਨਾਂ ਨੇ ਅਸਤੀਫਾ ਦਿੱਤਾ। ਅੱਛਾ, ਇੱਕ ਸਵਾਲ ਮੈਂ ਸਖਤ ਕਰਾਂ ਥੋੜਾ ਜਿਹਾ। ਦੋ ਕਰੋ। ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ, ਤੁਸੀਂ ਆਪ ਮੰਨ ਰਹੇ ਹੋ? ਬਿੱਲ ਕਾਂਗਰਸ ਬਿੱਲ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕੀਤੇ, ਇਹ ਉਸ ਵੇਲੇ ਮੌਜੂਦ ਸੀ ਨਹੀਂ ਮੌਜੂਦ ਸੀ? ਤੁਸੀਂ ਕਹਿ ਰਹੇ ਹੋ ਮੌਜੂਦ ਸੀ, ਇਹ ਕਹਿੰਦੇ ਜੀ ਨਹੀਂ ਸਾਡੀ ਕੋਈ ਸਹਿਮਤੀ ਨਹੀਂ ਸੀ। ਉਧਰੋਂ ਇਹ ਕਹਿੰਦੇ ਨੇ ਵੀ, ਤੁਸੀਂ ਕਹਿੰਦੇ ਹੋ ਵੀ ਉਹਨਾਂ ਨੇ ਜਿਹੜਾ ਵੋਟਾਂ ਦੀ ਰਾਜਨੀਤੀ ਕਰਕੇ ਜਿਹੜਾ ਆਪਣਾ ਗੱਠਜੋੜ ਤੋੜਤਾ। ਹਿੰਦੂ ਸਿੱਖ ਏਕਤਾ ਯਾਨੀ ਕਿ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ, ਇਹਨਾਂ ਦੋਨਾਂ ਦੇ ਉੱਤੇ ਹੀ ਐਲੀਗੇਸ਼ਨ ਦੋਨੇ ਪਾਰਟੀਆਂ ਇੱਕ ਦੂਜੇ ਤੇ ਲਾ ਰਹੀਆਂ ਨੇ। ਤੇ ਕੀ ਆਮ ਜਨਤਾ ਇਹ ਸੋਚੇ ਵੀ ਇਹਨਾਂ ਦੋਨਾਂ ਨੇ ਆਪਣੀ ਰਾਜਨੀਤੀ ਲਈ ਜਿਹੜੀ ਹਿੰਦੂ ਸਿੱਖ ਏਕਤਾ ਜਿਹੜੀ ਆ ਤੋੜ ਦਿੱਤੀ ਹੈ? ਦੋਨੇ ਕਸੂਰਵਾਰ ਨੇ। ਤੁਸੀਂ ਦੱਸੋ, ਭਾਰਤੀ ਜਨਤਾ ਪਾਰਟੀ ਨੇ ਆਪਣੀ ਕਿਹੜੀ ਰਾਜਨੀਤੀ ਦੀ ਰੋਟੀਆਂ ਸੇਕਣ ਲਈ ਇਹ ਤੋੜਿਆ? ਫਿਰ ਹੁਣ ਹਿੰਦੂਆਂ ਦੀ ਗੱਲ ਕਿਉਂ ਉੱਠਣ ਲੱਗ ਪਈ? ਨਹੀਂ, ਹਿੰਦੂਆਂ ਦੀ ਗੱਲ ਭਾਰਤੀ ਜਨਤਾ ਪਾਰਟੀ ਤਾਂ ਨਹੀਂ ਚੱਕ ਰਹੀ। ਭਾਰਤੀ ਜਨਤਾ ਪਾਰਟੀ ਐਸੀ ਹੈ ਜਿਹਦੇ 'ਚ ਹਰ ਧਰਮ ਦੇ ਹਰ ਕੌਮ ਦੇ ਬੰਦੇ ਨੇ। ਪਰ ਮੇਰਾ ਖਿਆਲ ਹੈ ਸਾਡੀ ਪਾਰਟੀ ਦੇ ਵਿੱਚ ਮੋਰ ਦੈਨ ਹਿੰਦੂ ਜਿਹੜੇ ਸਿੱਖ ਜੈਂਟਲਮੈਨ ਪਾਰਟੀ ਦੇ ਆਫਿਸ ਬੈਰੀਅਰ ਨੇ। ਮੈਂ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਕਹਿ ਰਹੇ ਹੋ ਹਿੰਦੂ ਦੀ, ਮੈਂ ਕਹਿ ਰਿਹਾ ਵੀ ਪਾਰਟੀ ਦਾ ਗੱਠਜੋੜ ਟੁੱਟਿਆ ਦੋਨਾਂ ਪਾਰਟੀਆਂ ਦਾ, ਤਾਂ ਹਿੰਦੂ ਸਿੱਖ ਏਕਤਾ ਦੀ ਜਿਹੜੀ ਗੱਲ, ਹਿੰਦੂ ਸਿੱਖ ਏਕਤਾ ਵੀ ਟੁੱਟ ਗਈ। ਕਸੂਰਵਾਰ ਕੋਈ ਵੀ ਹੈ, ਪਰ ਗੱਲ ਇਹ ਹੈ ਕਿ ਗੱਠਜੋੜ ਟੁੱਟਣ ਕਰਕੇ ਜਨਤਾ ਨੇ ਗੱਠਜੋੜ ਟੁੱਟਣ ਕਰਕੇ ਜਨਤਾ ਨੇ ਦੋਨਾਂ ਨੂੰ ਕਸੂਰਵਾਰ ਮੰਨਣਾ ਸ਼ੁਰੂ ਕਰ ਦਿੱਤਾ। ਕਸੂਰਵਾਰ ਦੋਨਾਂ 'ਚੋਂ ਹੈ ਜਾਂ ਨਹੀਂ ਹੈ ਅੱਗੇ ਹਲੇ ਜਾਂਚ ਦਾ ਵਿਸ਼ਾ ਹੈ, ਲੇਕਿਨ ਦੋਨਾਂ ਨੇ ਕਸੂਰਵਾਰ ਜਿਹੜਾ ਉਹ ਇੱਕ ਦੂਜੇ ਨੂੰ ਸਮਝਣਾ ਸ਼ੁਰੂ ਕਰਤਾ। ਤੁਸੀਂ ਇਹਨੂੰ ਕੀ ਕਹਿੰਦੇ ਹੋ? ਦੇਖੋ ਗੱਲ ਸੁਣੋ, ਜਦ ਹੁਣ ਟੁੱਟੀ ਹੈ, ਗੱਠਜੋੜ ਟੁੱਟ ਗਿਆ, ਭਾਰਤੀ ਜਨਤਾ ਪਾਰਟੀ ਨੇ ਇੰਡੀਪੈਂਡੈਂਟਲੀ, ਦੇਖੋ ਨੈਸ਼ਨਲ ਪਾਰਟੀ ਹੈ, ਮੇਰਾ ਗੱਲ ਕੱਲਾ ਪੰਜਾਬ 'ਚ ਹੀ ਨਹੀਂ, ਬਾਕੀ ਹਰ ਜਗ੍ਹਾ ਮੋਦੀ ਜੀ ਦਾ ਪਰਚਮ ਛਾਇਆ ਹੋਇਆ, ਠੀਕ ਹੈ ਨਾ। ਹੁਣ ਇੱਥੇ ਜਿਹੜੇ ਕੁਝ ਹਿੰਦੂ ਕਮਿਊਨਿਟੀ ਦੇ ਹਿੰਦੂ ਸੰਸਥਾਵਾਂ ਨੇ, ਕੁਝ ਹਿੰਦੂ ਉਹ ਚੀਜ਼ ਹੈ, ਉਹਨਾਂ ਦੀ ਭਾਵਨਾ ਹੋਏ, ਉਹਨਾਂ ਨੇ ਆਪਣੇ ਵੱਲੋਂ ਬਿਆਨ ਕਰਤਾ ਹੋਵੇ ਵੀ ਹਿੰਦੂ ਸਟਰੋਂਗ ਹੋਣੇ ਚਾਹੀਦੇ ਹੈ, ਉਹ ਹੋ ਗਏ। ਲੇਕਿਨ ਸਾਨੇ ਕਦੀ ਭਾਰਤੀ ਜਨਤਾ ਪਾਰਟੀ ਦੇ ਪਲੇਟਫਾਰਮ 'ਤੇ ਜਾਂ ਮੈਨੇ ਕਦੀ ਜ਼ਿੰਦਗੀ ਦੇ ਵਿੱਚ ਨਾ ਸਾਨੂੰ ਕਦੀ ਪਾਰਟੀ ਦੇ ਵੱਡੇ ਲੀਡਰਾਂ ਨੇ, ਨਾ ਸਾਨੂੰ ਪਰਿਵਾਰਿਕ, ਮੇਰੇ ਪਿਤਾ ਜੀ ਸ਼ਹੀਦ ਹੋ ਗਏ ਸ਼ੰਭੂ ਪ੍ਰਸਾਦ ਜੀ, ਨਾ ਜ਼ਿੰਦਗੀ 'ਚ ਉਹਨਾਂ ਤੋਂ ਕਦੀ ਸਾਨੂੰ ਮਿਲਿਆ ਕਿ ਆਪਸ 'ਚ ਕੋਈ ਫਰਕ ਹੈ। ਅਸੀਂ ਤਾਂ ਆਪਸ 'ਚ ਭਾਈਚਾਰੇ ਨਾਲ ਹੀ ਸੁਰੱਖਿਅਤ ਮਹਿਸੂਸ ਕਰਦੇ ਹਾਂ। ਫਿਰ ਮੈਂ ਇੱਕ ਵਾਰ ਗੱਲ ਨੂੰ ਰਿਪੀਟ ਕਰ ਦੇਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਹਿੰਦੂ ਸਿੱਖ ਦਾ ਭਾਈਚਾਰਾ ਕਾਇਮ ਸੀ, ਹੈ, ਰਹੇਗਾ। ਔਰ ਸਾਡੀ ਪਾਰਟੀ ਦੇ ਵਿੱਚ ਮੈਕਸੀਮਮ ਸਿੱਖ ਭਰਾ, ਮੁਸਲਿਮ ਭਰਾ ਔਰ ਦੂਜੀ ਆਪਣੇ ਐਸਸੀ ਭਰਾ ਸਾਡੇ ਸ਼ਾਮਲ ਹੋ ਰਹੇ ਹੈ, ਔਰ ਹੋਰ ਵੀ ਸ਼ਾਮਲ ਆਉਣ ਵਾਲੇ ਟਾਈਮ 'ਚ ਹੋਣਗੇ। ਸੋ ਸਾਡੀ ਪੂਰੀ ਕੋਸ਼ਿਸ਼ ਰਹੇਗੀ ਪੰਜਾਬ ਦੇ ਵਿੱਚ ਇਹ ਜਿਹੜੀ ਆਪਣੀ ਅਮਨ ਸ਼ਾਂਤੀ ਵਾਸਤੇ ਏਕਤਾ ਬਣੀ ਰਹੇ। ਅੱਛਾ, ਹੁਣ ਜਾਂਦੇ ਇੱਕ ਸਵਾਲ ਮੈਂ ਤੁਹਾਨੂੰ ਪੁੱਛਣ ਲੱਗਿਆ ਕਿ ਕੀ ਤੁਹਾਨੂੰ ਕਿਸਾਨ ਜਿਹੜੇ 3 ਬਿੱਲ ਪਾਸ ਕੀਤੇ ਗਏ, 3 ਕਾਨੂੰਨ ਪਾਸ ਕੀਤੇ ਗਏ ਨੇ, ਇਹਦੇ 'ਚ ਬਹੁਤ ਵੱਡਾ ਰੇੜਕਾ ਖੜਾ ਹੋਇਆ ਪਿਆ। ਕਿਸਾਨ ਅੜੇ ਹੋਏ ਨੇ ਕਿ ਅਸੀਂ ਬਿੱਲ ਜਿਹੜੇ ਕਾਨੂੰਨ ਵਾਪਸ ਲਿੱਤੇ ਬਿਨਾਂ ਜਾਣਾ ਨਹੀਂ, ਅਤੇ ਜਿਹੜੇ ਭਾਰਤੀ ਜਨਤਾ ਪਾਰਟੀ ਜਿਹੜੀ ਕੇਂਦਰੀ ਸਰਕਾਰ ਆ ਉਹ ਇਹ ਕਹਿ ਰਹੀ ਹੈ ਕਿ ਤੁਸੀਂ ਸਾਡੇ ਨਾਲ ਗੱਲ ਨਹੀਂ ਕਰ ਰਹੇ ਸਹੀ ਢੰਗ ਨਾਲ। ਹੁਣ ਮੈਨੂੰ ਇਹ ਦੱਸੋ, ਰੇੜਕਾ ਮੁੱਕੂ ਕਿਵੇਂ? ਉਹ ਗੱਲ ਇਹ ਹੈ, ਇਹ ਤਾਂ ਹੁਣ ਨਾ ਇਹ ਕੁਐਸਚਨ ਇੰਨਾ ਪੁਰਾਣਾ ਹੋ ਗਿਆ, ਤੁਸੀਂ ਵੀ ਆਦੀ ਹੋ ਗਏ, ਅਸੀਂ ਵੀ ਜਵਾਬ ਦੇਣ ਦੇ ਆਦੀ ਹੋ ਗਏ, ਸਾਰਿਆਂ ਨੂੰ ਸਭ ਕੁਝ ਪਤਾ ਲੱਗ ਗਿਆ। ਰੇੜਕਾ ਹੈ ਹੀ ਨਹੀਂ। ਜਦ ਭਾਰਤੀ ਜਨਤਾ ਪਾਰਟੀ ਨੇ ਕੇਂਦਰੀ ਮੰਤਰੀ ਤੋਮਰ ਜੀ ਨੇ ਕਹਿਤਾ 1.5 ਸਾਲ ਲਈ 2 ਸਾਲ ਲਈ ਬਿੱਲ ਸਥਗਿਤ ਕਰਨ ਨੂੰ ਤਿਆਰ ਹੈ, ਠੀਕ ਹੈ, ਮੈਂ 2 ਮਿੰਟ ਬੋਲਾਂਗਾ। ਤੁਹਾਨੂੰ ਪੂਰਾ ਟਾਈਮ ਦਿੱਤਾ, ਮੈਂ ਬਿਲਕੁਲ ਸਵਾਲ ਨਹੀਂ ਕਰਾਂਗਾ, ਤੁਸੀਂ ਬੋਲੋ। ਬਿੱਲ ਸਥਗਿਤ ਕਰ, ਆਪਣਾ ਵੀ ਸਥਗਿਤ ਕਰਨ ਨੂੰ ਤਿਆਰ, ਠੀਕ ਹੈ, ਸ਼ਾਂਤ ਹੋ ਜਾਓ। ਜਿਹੜੀਆਂ ਥੋੜ੍ਹੀਆਂ ਕੋਈ ਸ਼ੋਧ ਕਰਨੇ ਸੀ ਸ਼ੋਧ ਕਰ ਲਓ, ਕੋਈ ਤਕਲੀਫ ਕਰ ਲਓ। ਹੁਣ ਇਹਦੇ ਵਿੱਚ ਜਿਹੜੇ 32 ਕਿਸਾਨ ਯੂਨੀਅਨ ਇਕੱਠੀਆਂ ਹੋਈਆਂ, ਇਹ ਆਪਸ ਦੇ ਵਿੱਚ ਪਹਿਲਾਂ ਤਾਂ ਇਕਜੁੱਟ ਨਹੀਂ ਹੈ, ਅੱਧੇ ਅੰਦਰੋਂ ਮੰਨਦੇ ਆ, ਅੱਧੇ ਅੰਦਰੋਂ ਨਹੀਂ ਮੰਨਦੇ, ਛੱਡ। ਇਹ ਆਪਸ 'ਚ ਇਕਜੁੱਟ ਦੀ ਫੈਸਲਾ ਕੌਣ ਕਰੇਗਾ? ਲੀਡਰਸ਼ਿਪ, ਇੱਕ ਲੀਡਰ ਹੋਵੇ ਵੀ ਜਿਵੇਂ ਮੈਨੇ ਜੋ ਕਹਿਤਾ ਉਹ ਠੀਕ ਹੈ। ਇਹਨਾਂ ਦੀ ਲੀਡਰਸ਼ਿਪ ਡਿਵਾਈਡ ਹੋਣ ਦੇ ਕਰਕੇ ਇਹ ਆਪ ਫੈਸਲਾ ਨਹੀਂ ਲੈ ਸਕਦੇ। ਔਰ ਜਿਹੜੀ ਹੁਣ ਵਿਪਕਸ਼ ਪਾਰਟੀ ਆ ਗਈ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਮੇਨ, ਆਮ ਆਦਮੀ ਪਾਰਟੀ ਨਾਲ, ਤਿੰਨੋਂ ਪਾਰਟੀਆਂ ਕੋਲ ਪੰਜਾਬ ਦੇ ਵਿੱਚ ਹੁਣ ਕੋਈ ਮੁੱਦਾ ਨਹੀਂ। ਪਹਿਲਾਂ ਤਾਂ ਇਹ ਖਿਲਾਫ ਸੀ ਆਮ ਆਦਮੀ ਪਾਰਟੀ, ਕਾਂਗਰਸ, ਜਿਹਨੂੰ ਉਸ ਤੋਂ ਲੱਗਦਾ ਸੀ ਅਕਾਲੀ ਦਲ, ਕਾਂਗਰਸ। ਹੁਣ ਕਿਸਾਨਾਂ ਦਾ ਮੁੱਦਾ ਮਿਲ ਗਿਆ, ਹੋਰ ਇਹਨਾਂ ਕੋਲ ਕੋਈ ਮੁੱਦਾ ਹੈ ਨਹੀਂ। ਇਹਨਾਂ ਨੇ ਇਹ ਮੁੱਦਾ ਚੱਕ ਕੇ ਵੀ ਇਹ ਆਪਣਾ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹੈ। ਅਸੀਂ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਸਮਝਾਉਣ ਦੇਣ ਦੇ ਵਿੱਚ ਸਾਨੂੰ ਵਾਧਾ ਪੈਦਾ ਕਰਦੇ ਹਾਂ। ਨਾ ਤਾਂ ਇਹ 3 ਬਿੱਲਾਂ ਦੀ ਜੇ ਤੁਸੀਂ ਆਰਾਮ ਨਾਲ ਸਟੱਡੀ ਕਰੋ, ਇਹਨਾਂ ਦੇ ਹਿੱਤ 'ਚ ਸੀਗੇ, ਹੈਗੇ ਹੈ। ਅਗਰ ਫਿਰ ਵੀ ਅਸੀਂ ਕਹਿੰਦੇ ਹਾਂ ਚਲੋ ਠੀਕ ਹੈ, ਮੰਡੀਆਂ ਜਾਰੀ ਰਹਿਣਗੀਆਂ, ਮੰਡੀਆਂ ਜਾਰੀ ਸੀ, ਮੰਡੀਆਂ ਜਾਰੀ ਹੈ, ਖਰੀਦਦਾਰੀ ਜਾਰੀ ਸੀ, ਖਰੀਦਦਾਰੀ ਜਾਰੀ ਹੈ, MSP ਹੀ
ਜਾਰੀ ਹੈ, MSP ਹੈ, MSP ਰਹੇਗੀ, 3 ਚੀਜ਼ਾਂ ਹੈਗੀ, ਤਕਲੀਫ ਨਹੀਂ। ਉਹ ਕਹਿੰਦੇ ਹੈ ਮੰਡੀਆਂ ਬੰਦ ਹੋ ਜਾਣਗੀਆਂ, MSP ਖਤਮ ਹੋ ਜਾਏਗੀ, ਵੀ ਗੀ ਨੇ ਦਿੱਤੀ। ਹੂ ਵਿਲ ਬੋਦਰ ਫॉर द ਫਿਊਚਰ, ਸੀ ਦ ਪ੍ਰੈਜ਼ੈਂਟ। ਅਗਰ ਪ੍ਰੈਜ਼ੈਂਟ ਦੇ ਵਿੱਚ ਤੁਹਾਡੀਆਂ ਮੰਡੀਆਂ ਬੰਦ ਹੋ ਗਈਆਂ, ਖਰੀਦਦਾਰੀ ਬੰਦ ਹੋ ਗਈ, ਪ੍ਰੋਟੈਸਟ ਕਰੋ। ਜਦ ਤੁਹਾਨੂੰ ਸ਼ੱਕ ਦੇ ਤਹਿਤ ਦੇ ਉੱਤੇ ਤੁਸੀਂ ਕਿਉਂ ਪ੍ਰੋਟੈਸਟ ਕਰ ਰਹੇ ਹੋ? ਇਸ ਕਰਕੇ ਇਹਨਾਂ ਕੋਲ ਆਪਣੀ 2022 ਦੀਆਂ ਰਾਜਨੀਤਿਕ ਰੋਟੀਆਂ ਸੇਕਣ ਲਈ ਤਿੰਨੋਂ ਵਿਰੋਧੀ ਪਾਰਟੀਆਂ ਭਾਰਤੀ ਜਨਤਾ ਪਾਰਟੀ ਨੂੰ ਟਾਰਗੇਟ ਕੀਤਾ ਹੋਇਆ, ਕਿਉਂਕਿ ਇਹ ਸੱਤਾ ਦੇ ਵਿੱਚ ਬੰਗਾਲ ਦੀ ਤਰ੍ਹਾਂ ਪੰਜਾਬ ਦੇ ਵਿੱਚ ਨਾ ਆ ਜਾਏ। ਇਸ ਕਰਕੇ ਡਰਦੇ ਮਾਰੇ ਇਹ ਮਾਹੌਲ ਖਰਾਬ ਕਰ ਰਹੀਆਂ। ਅਸੀਂ ਬਿੱਲਾਂ ਦੀ ਗੱਲ ਦੇਖੋ, ਗੱਲ ਸੁਣੋ, ਹੁਣ ਤੁਸੀਂ ਕਹਿੰਦੇ ਬਿੱਲ ਸਥਗਿਤ ਕਰਨਾ ਜਾਂ ਬਿੱਲ ਕੈਂਸਲ ਕਰਨਾ ਇੱਕ ਬਰਾਬਰ ਹੁੰਦਾ। ਥੋੜਾ ਕੁਐਸਚਨ ਹੋਏਗਾ, ਜੇ ਸਥਗਿਤ ਕਰ ਰਹੇ ਤਾਂ ਕੈਂਸਲ ਕਿਉਂ ਨਹੀਂ ਕਰਦੇ? ਮੇਰੀ ਗੱਲ ਸੁਣੋ, ਦੇਖੋ ਗੱਲ ਤੁਹਾਡੇ ਆਪਣਾ ਇੱਕ ਰਾਸ਼ਟਰ ਦਾ ਆਪਣਾ ਪੂਰਾ ਆਪਣਾ ਕਨਸਟੀਟਿਊਸ਼ਨ ਹੁੰਦਾ। ਜੇ ਆਪਾਂ ਅੱਜ ਇਹ ਬਿੱਲ ਕੈਂਸਲ ਕਰ ਦਈਏ, ਕੱਲ੍ਹ ਨੂੰ ਕਹਿਣਗੇ 370 ਕੈਂਸਲ ਕਰ ਦਿਓ, ਫਿਰ ਕਹਿਣਗੇ ਰਾਮ ਮੰਦਿਰ ਦਾ ਕੈਂਸਲ ਕਰ ਦਿਓ। ਹੁਣ ਸਵਾਲ ਪੁੱਛਾਂ ਮੈਂ? ਮੈਨੂੰ ਹੱਕ ਹੈ। ਹੁਣ ਤੁਹਾਡਾ ਸਮਾਂ ਹੋ ਗਿਆ, ਮੈਨੂੰ ਇੱਕ ਗੱਲ ਦੱਸੋ ਕਿ ਤੁਸੀਂ ਇੱਕ ਗੱਲ ਕੀਤੀ ਹੈ ਕਿ ਬਿੱਲ ਕੈਂਸਲ ਕਰਨ ਦੀ ਗੱਲ ਕਰ ਰਹੀ ਹੈ ਸਰਕਾਰ, ਜਿਹੜੀ ਹੈ ਉਹ ਕਹਿੰਦੀ ਹੈ ਵੀ ਸਥਗਿਤ ਕਰ ਦਿੰਦੇ ਆ 1.5 ਸਾਲ ਲਈ ਜਾਂ 2 ਸਾਲ ਲਈ, ਜਿੰਨੇ ਸਾਲਾਂ ਦੀ। ਕੀ ਇਸ ਤਰ੍ਹਾਂ ਹੋ ਸਕਦਾ ਹੈ ਕਿ ਭਾਰਤੀ ਜਨਤਾ ਪਾਰਟੀ ਜਿੰਨੀ ਦੇਰ ਤੱਕ ਸੱਤਾ 'ਚ ਹੈਗੀ ਹੈ ਉਨੀ ਦੇਰ ਤੱਕ ਲਈ ਇਹ ਬਿੱਲ ਜਿਹੜੇ ਨੇ ਉਹ ਸਥਗਿਤ ਕਰ ਦਿੱਤੇ ਜਾਣ? ਉਸ ਤੋਂ ਬਾਅਦ ਮੇਰਾ ਇੱਕ ਸਵਾਲ ਪੂਰਾ ਹੋਣਾ ਦਾ, ਉਸ ਤੋਂ ਬਾਅਦ ਇਹ ਸਾਰਾ ਮੁੱਦਾ, ਇਹ ਕਾਨੂੰਨ ਜਿਹੜੇ ਨੇ ਇਹ ਚੋਣ ਮੈਨੀਫੈਸਟੋ ਦੇ ਵਿੱਚ ਪਾਇਆ ਜਾਵੇ ਕਿ ਇਹ ਕਾਨੂੰਨ ਅਸੀਂ ਪਾਸ ਲਾਗੂ ਕਰਾਂਗੇ, ਸਾਰੀਆਂ ਪਾਰਟੀਆਂ ਉਹਦੇ 'ਤੇ ਜਿਹੜੀਆਂ ਆਪਣੀ ਵੋਟ ਮੰਗਣ, ਅਤੇ ਜਿਹੜੀ ਫਿਰ ਉਸ ਤੋਂ ਬਾਅਦ ਵੋਟ ਮੰਗੀ ਜਾਵੇ, ਫਿਰ ਉਸ ਤੋਂ ਬਾਅਦ ਆਪਣੇ ਆਪ ਪਤਾ ਲੱਗ ਜਾਏਗਾ ਵੀ ਕੌਣ ਕਿਹਦੇ ਹੱਕ 'ਚ ਹੈ, ਕੌਣ ਕਿਹਦੇ ਖਿਲਾਫ ਹੈ। ਦੇਖੋ ਗੱਲ ਇਹ ਹੈ, ਇਹਦੇ ਵਿੱਚ ਕੀ ਹੈ, ਉਹ ਕਹਿੰਦੇ ਜਿੰਨੀ ਮਰਜ਼ੀ ਦੇਰ 3 ਸਾਲ ਮੋਦੀ ਜੀ ਦੇ ਸਰਕਾਰ ਨੂੰ ਪਏ ਹੈ, 2.5-3 ਸਾਲ ਪਏ। ਉਹ ਕਹਿੰਦੇ ਤੁਸੀਂ 2 ਸਾਲ 2.5 ਸਾਲ ਤੱਕ ਜਦ ਤੱਕ ਸਰਕਾਰ ਹੈ, ਇੱਕ ਤਾਂ ਪਹਿਲੀ ਆਫਰ ਹੈ ਵੀ ਜਦ ਤੱਕ ਆਪਣੇ ਇਹ ਬੈਠੇ ਹੈ 2-2.5 ਸਾਲ ਵਾਸਤੇ ਰੈਡੀ ਹੈ ਸਾਡੇ ਨਾਲ ਗੱਲਬਾਤ ਕਰਨ। ਮੇਨ ਬੰਦੇ, ਸਾਰੇ ਲੀਡਰ ਨਹੀਂ ਮੰਨਦੇ, ਮੇਨ ਬੰਦੇ ਗੱਲਬਾਤ ਕਰਨ, ਦੇ ਆਰ ਰੈਡੀ। ਇੱਕ ਆਪਸ਼ਨ ਇਹ ਦੇ ਰਹੀਆਂ ਵੀ ਅਸੀਂ ਇੱਕ ਐਸਾ ਬਿੱਲ ਐਸਾ ਬਣਾ ਦਿੰਦੇ ਹਾਂ ਆਪਣੇ ਆਪਣੇ ਰਾਜ ਦੀ ਸਰਕਾਰਾਂ ਨੂੰ ਅਸੀਂ ਪਾਵਰ ਦੇ ਦਿੰਦੇ ਹਾਂ ਵੀ ਜਿਹਨੇ ਬਿੱਲ ਲਾਗੂ ਕਰਨਾ ਕਰ ਲਓ, ਜਿਹਨੇ ਨਹੀਂ ਕਰਨਾ ਨਹੀਂ ਕਰਦੇ। ਇਹ ਹੋਈ ਆ ਆਫਰ? ਇਹ ਗੱਲ ਹੋਈ ਹੈ, ਇਹ ਗੱਲ ਹੋਈ ਹੈ ਵੀ ਆਪਣੀ ਇਸ ਤਰੀਕੇ ਦੇ ਨਾਲ ਅਸੀਂ ਕੋਈ ਆਪਾਂ ਐਗਰੀਮੈਂਟ ਕਰ ਲੈਣਾ ਵੀ ਜਿਹਨੇ ਕਰਨਾ ਕਰ ਲਓ, ਜਾਂ ਜਿਹਨੇ ਨਹੀਂ ਕਰਨਾ। ਪਰ ਇਹ ਗੱਲ ਹਾਲੇ ਤੱਕ ਸਾਹਮਣੇ ਨਹੀਂ ਆਈ। ਦਿਸ ਵਿਲ ਕਮ, ਜੇ ਆਪਸ 'ਚ ਕੋਈ ਗੱਲ ਕਰਦੇ ਇਹ ਤਿਆਰ ਹੈ ਇਸ ਚੀਜ਼ ਲਈ, ਜੇ ਇਸ ਬਿਲਕੁਲ ਵਾਰਤਾ ਕਰਨ, ਜੇ ਕਿਸਾਨ ਭਰਾ ਇਸ ਟਾਈਪ ਦੀ ਵਾਰਤਾ ਕਰਨ ਤਾਂ ਸਰਕਾਰ ਤਿਆਰ ਹੋ ਸਕਦੀ ਹੈ, ਕਿਉਂਕਿ ਉਹ ਬਿਲਕੁਲ ਨਹੀਂ ਚਾਹੁੰਦੀ ਕਿਸਾਨ। ਫੇਰ ਪੁੱਛ ਰਿਹਾ ਕਿਸਾਨਾਂ ਨੂੰ, ਇਸ ਚੀਜ਼ ਬਹੁਤ ਵੱਡੀ ਗੱਲ ਹੈ ਇਹ ਕਿ ਜਿਹੜੀਆਂ ਸਰਕਾਰਾਂ ਇਸ ਕਾਨੂੰਨ ਨੂੰ ਲਾਗੂ ਕਰਨਾ ਚਾਹੁੰਦੀਆਂ ਨੇ ਉਹ ਕਾਨੂੰਨ ਲਾਗੂ ਕਰਨ, ਜਿਹੜੀਆਂ ਨਹੀਂ ਚਾਹੁੰਦੀਆਂ ਉਹ ਨਾ ਕਰਨ। ਇਹ ਪਾਵਰ ਦੇਣ ਲਈ ਤਿਆਰ ਹੈ ਭਾਰਤੀ ਜਨਤਾ ਪਾਰਟੀ? ਇਹ ਗੱਲਬਾਤ ਦੇ ਜ਼ਰੀਏ ਹੋ ਸਕਦਾ ਹੈ। ਮੇਰੀ ਗੱਲ ਸਮਝੋ, ਇਹ ਗੱਲਬਾਤ ਇਸ ਤਰ੍ਹਾਂ ਚੱਲੀ ਸੀ, ਮਤਲਬ ਅਗਰ ਇਹ ਪ੍ਰੋਪਰ ਤਰੀਕੇ ਦੇ ਨਾਲ ਆਪਣੀ ਲੀਡਰਸ਼ਿਪ ਦੇ ਨਾਲ ਇਹ ਸਵਾਲ ਉੱਤੇ ਰੱਖਣ ਤਾਂ ਸਾਡੇ ਕੇਂਦਰੀ ਸਰਕਾਰ ਮੰਨ ਸਕਦੀ ਹੈ। ਮੈਂ ਇਹ ਗੱਲ ਕਹਿ ਰਿਹਾ ਸਕਦੀ ਹੈ, ਹਾਂ, ਕਹਿਣ ਦਾ ਮਤਲਬ ਹੈ ਇਹ ਗੱਲ ਕਰਨ, ਇੰਡੀਕੇਸ਼ਨ ਹੈ, ਹਾਂ ਇਹ ਇੰਡੀਕੇਸ਼ਨ ਗੱਲ ਕਰ ਸਕਦੀ ਹੈ। ਮਤਲਬ ਕਿ ਉਹ ਕਹਿੰਦੇ ਵੀ ਕਿਸੇ ਵੀ ਤਰੀਕੇ ਦੇ ਉੱਤੇ ਸਾਡੇ ਕਿਸਾਨ ਭਰਾ ਖੁਸ਼ ਹੋ ਜਾਣ। ਜਿਹੜੇ ਵਿਚੋਲੀਏ ਅਸੀਂ ਉਹਨਾਂ ਨੂੰ ਨਹੀਂ ਕਹਿੰਦੇ ਵਿਚੋਲੀਏ, ਅਸੀਂ ਕਹਿੰਦੇ ਕਾਂਗਰਸ, ਅਕਾਲੀ ਦਲ, ਆਪ ਆਦਮੀ, ਇਹ ਬਾਹਰ ਜਾਣ, ਇਹ ਇਹਨਾਂ ਦੇ ਮੋਢੇ ਤੇ ਰੱਖ ਕੇ ਬੰਦੂਕ ਨਾ ਚਲਾ ਕੇ ਡਾਇਰੈਕਟ ਬੈਨੀਫਿਟ ਕਿਸਾਨ ਭਰਾਵਾਂ ਨੂੰ ਮਿਲੇ, ਤਾਂ ਕਿ ਕਿਸਾਨਾਂ ਨੂੰ ਲੱਗੇ ਦੇਸ਼ ਦਾ ਪ੍ਰਧਾਨ ਮੰਤਰੀ ਖਾਲੀ ਲੋਕਾਂ ਦਾ ਨਹੀਂ, ਕਿਸਾਨਾਂ ਦਾ ਵੀ ਪ੍ਰਧਾਨ ਮੰਤਰੀ ਹੈ। ਤੁਸੀਂ ਮੈਂ ਇੱਕ ਚੀਜ਼ ਤੁਹਾਨੂੰ ਦੱਸਾਂ, ਮੈਂ ਅਗਰ ਸਾਡੀ ਪਾਰਟੀ ਕਿਸਾਨ ਵਿਰੋਧੀ ਹੁੰਦੀ, ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹਾਂ 2019 ਦੇ ਇਲੈਕਸ਼ਨਾਂ ਦੇ ਵਿੱਚ 302 ਸੀਟਾਂ ਪਾਰਲੀਮੈਂਟ 'ਚ ਕਿੱਥੋਂ ਆਈਆਂ? ਖਾਲੀ ਇਹ ਸ਼ਹਿਰੀਆਂ ਦੇ ਵੋਟਾਂ ਨਾਲ ਅਸੀਂ ਸਰਕਾਰ ਬਣਾਉਂਦੇ। ਹਰ ਸੂਬੇ ਦੇ ਵਿੱਚ ਕਿਸਾਨ ਹੈ। ਪਰ ਉਹ ਕਹਿੰਦੇ ਜੀ ਈਵੀਐਮ ਦੇ ਥਰੂ ਬਣ ਗਏ। ਈਵੀਐਮ ਦੇ ਥਰੂ ਤਾਂ ਹੁਣ ਬਣਦੇ ਆ, ਕਿਉਂਕਿ ਮੋਦੀ ਜੀ ਦੀ ਤਾਕਤ ਬਹੁਤ ਹੈ। ਹੁਣ ਈਵੀਐਮ ਇਹਨਾਂ ਨੂੰ ਜਿੱਥੇ ਦਾ ਈਵੀਐਮ ਇਹਨਾਂ ਦਾ ਜਿੱਤਦਾ, ਮੇਰੀ ਗੱਲ ਸੁਣੋ, ਉੱਥੇ ਦਾ ਜਿੱਥੇ ਦਾ ਈਵੀਐਮ 'ਚ ਕੈਪਟਨ ਦੀ ਸਰਕਾਰ ਬਣਦੀ ਹੈ, ਫਿਰ ਇੱਥੇ ਦਾ ਈਵੀਐਮ ਕਿਉਂ ਨਹੀਂ ਕਹਿੰਦੇ ਤੁਸੀਂ? ਪੰਜਾਬ ਦੇ ਵਿੱਚ ਕਾਂਗਰਸ ਬਣੀ, ਇੱਥੇ ਈਵੀਐਮ ਨੂੰ ਕੀ ਹੋ ਗਿਆ? ਕੇਜਰੀਵਾਲ ਆਪਣੇ ਉਹਦੇ ਵਿੱਚ ਜਦ ਇਹ ਇਸ ਕਰਕੇ ਈਵੀਐਮ ਦੇ ਸਵਾਲ ਚੱਕਦੇ ਆ। ਜਿੱਥੇ ਜਿੱਤਦੇ ਆ ਉੱਥੇ ਈਵੀਐਮ ਖਰਾਬ ਹੈ, ਜਿੱਥੇ ਹਾਰਦੇ ਆ ਉੱਥੇ ਈਵੀਐਮ ਠੀਕ ਨਹੀਂ। ਜਿੱਥੇ ਹੁਣ ਹੈਦਰਾਬਾਦ, ਦੱਸੋ ਹੈਦਰਾਬਾਦ 'ਚ ਬੈਲਟ ਪੇਪਰ ਨਾਲ ਵੋਟ ਪਈ ਹੈ। ਮੈਂ ਤੁਹਾਨੂੰ ਪੁੱਛਦਾ, ਕਾਰਪੋਰੇਸ਼ਨ ਦਾ ਇਲੈਕਸ਼ਨ ਹੋਵੇ, ਭਾਰਤੀ ਜਨਤਾ ਪਾਰਟੀ 50 ਸੀਟਾਂ ਲੈ ਕੇ ਇਹਨਾਂ ਦੇ ਮੂੰਹ ਤੇ ਤਪੇੜਾ ਮਾਰਿਆ। ਹੁਣ ਦੱਸੋ ਉੱਥੇ ਕਿੱਥੇ ਈਵੀਐਮ ਸੀ? ਸਾਰੇ ਦੇਸ਼ 'ਚ ਮੂੰਹ ਤੇ ਤਪੇੜਾ ਮਾਰਨ ਦੀ ਕਿਉਂ ਨਹੀਂ ਤਿਆਰ ਆਪਣੇ ਭਾਰਤੀ? ਰੀਜ਼ਨ ਇਹ ਹੈ, ਬੈਲਟ ਪੇਪਰ ਦਾ ਸਿਸਟਮ ਹੈ, ਡਿਜੀਟਲ ਇੰਡੀਆ ਬਣ ਰਿਹਾ, ਮੋਡ ਇੰਡੀਆ ਬਣ ਰਿਹਾ, ਸਾਰੇ ਵਾਸਤੇ ਇਸ ਲਈ ਉਹ ਨਹੀਂ ਹੈ, ਉਹ ਲੰਬਾ ਪ੍ਰੋਸੈਸ ਹੋ ਜਾਂਦਾ। ਈਵੀਐਮ ਸਿਸਟਮ ਇੱਕੋ ਸਿਸਟਮ ਹੋਣਾ ਚਾਹੀਦਾ, ਜਿਹਦੇ ਵਿੱਚ ਲੋਕਾਂ ਨੂੰ ਵਿਸ਼ਵਾਸ ਕਰਨਾ ਚਾਹੀਦਾ ਕਿ ਜਿੱਥੇ ਇਹਨਾਂ ਦਾ ਸਰਕਾਰ ਜਿੱਤ ਗਈ ਉੱਥੇ ਈਵੀਐਮ ਆਪਣਾ ਠੀਕ ਹੈ, ਜਿੱਥੇ ਹਾਰ ਗਈ ਇਹ ਸੋਚ ਗਲਤ ਹੈ। ਈਵੀਐਮ 'ਚ ਨਾ ਗੜਬੜ ਸੀ ਨਾ ਹੈ, ਕਦੀ ਹੋਣੀ ਹੈ। ਅੱਛਾ, ਤੁਸੀਂ ਇੱਕ ਗੱਲ ਕੀਤੀ ਹੈ ਕਿ ਹੂ ਵਿਲ ਬੋਦਰ ਦਾ ਫਿਊਚਰ, ਜਿਹੜਾ ਭਵਿੱਖ ਨੂੰ ਜਿਹੜਾ ਉਹ ਕੌਣ ਉਹਦੇ 'ਤੇ ਕਰਦਾ ਹੈਗਾ, ਫਿਕਰ ਕੌਣ ਕਰਦਾ ਹੈਗਾ, ਸੀ ਦਾ ਪ੍ਰੈਜ਼ੈਂਟ।
ਮੌਜੂਦਾ ਸਮੇਂ ਨੂੰ ਜਿਹੜਾ ਉਹ ਦੇਖੋ, ਫਿਰ ਜੇ ਆਪਾਂ ਇਸ ਸੋਚਣਾ ਚੱਲੀਏ ਫਿਰ ਤਾਂ ਬੀਮਾ ਕੰਪਨੀਆਂ ਬੰਦ ਹੋ ਜਾਣੀਆਂ ਚਾਹੀਦੀਆਂ ਨੇ। ਦੇਖੋ, ਮੈਂ ਇਹ ਤੁਹਾਡੀ ਗੱਲ ਨੂੰ ਤੁਸੀਂ ਮੇਰੀ ਲਾਈਨ ਨੂੰ ਮਤਲਬ ਗਲਤ ਕੱਟ ਲਿਆ। ਜਦ ਆਪਾਂ ਨੇ ਕਿਸੇ ਸਮੱਸਿਆ ਦਾ ਹੱਲ ਕਰਨਾ ਹੈ, ਤੁਸੀਂ ਤਾਂ ਸਪੋਜ਼ ਕਰੋ ਮੈਂ ਕੈਂਸਰ ਦਾ ਪੇਸ਼ੈਂਟ ਹਾਂ, ਠੀਕ ਹੈ ਨਾ, ਮੈਂ ਤਾਂ ਮਰ ਜਾਵਾਂਗਾ, ਮੈਂ ਤਾਂ ਡਾਕਟਰ ਸਾਹਿਬ ਮਰ ਰਹੇ हैं, मैं मर जावांगा। डॉक्टर कहता तू बिल्कुल नहीं मरदा, ये मेडिसिन लै तू ठीक, मैं तो मर जावांगा। फिर मर जावांगा तो क्या इलाज है? कहने का मतलब यह है कि अपने आप ਨੂੰ संयम रखो, ਪ੍ਰੈਜ਼ੈਂਟ ਦੇ ਵਿੱਚ ਜੋ ਤੁਹਾਡੇ ਚੱਲ ਰਿਹਾ ਵਿਸ਼ਵਾਸ ਕਰੋ, ਔਰ ਆਉਣ ਵਾਲਾ ਸਮੇਂ ਵੀ ਤੁਹਾਡਾ ਠੀਕ ਜਾਏਗਾ। ਜੇ ਤੁਹਾਡੀ ਸੋਚ ਠੀਕ ਹੈ ਤਾਂ ਠੀਕ ਹੈ। ਹੁਣ ਗਲਾਸ 'ਚ ਅੱਧਾ ਆਪਣਾ ਗਲਾਸ ਹੈ, ਉਹਦੇ 'ਚ ਅੱਧਾ ਪਾਣੀ ਹੈ। ਹੁਣ ਜਿਹੜੇ ਨੈਗੇਟਿਵ ਬੰਦੇ ਹੈ ਉਹ ਕਹਿੰਗੇ ਗਲਾਸ ਅੱਧਾ ਖਾਲੀ ਹੈ, ਜਿਹੜੇ ਪੋਜ਼ਿਟਿਵ ਬੰਦੇ ਉਹ ਕਹਿੰਦੇ ਗਲਾਸ ਅੱਧਾ ਭਰਿਆ ਹੋਇਆ। ਇਹ ਤੁਹਾਡੀ ਸੋਚ ਦਾ ਫਰਕ ਹੈ। ਜਿਹਨੇ ਰਾਜ ਕਰਨਾ ਹੈ, ਜਿਹਨੇ ਘਰ ਦਾ ਮੁਖੀਆ ਬਣਨਾ ਹੈ, ਚਾਹੇ ਘਰ ਦਾ ਮੁਖੀਆ, ਪ੍ਰਦੇਸ਼ ਦਾ ਮੁਖੀਆ, ਕੇਂਦਰ ਦਾ ਮੁਖੀਆ, ਉਸ ਨੂੰ ਹਰ ਹਾਲਤ ਦੇ ਵਿੱਚ ਲਾਈਨ ਆਰਡਰ ਮੇਨਟੇਨ ਕਰਨਾ ਪਏਗਾ ਔਰ ਸਾਰਿਆਂ ਨੂੰ ਬੰਦਿਆਂ ਨੂੰ ਆਪਣਾ ਸਮਝਣਾ ਪਏਗਾ। ਮੋਦੀ ਜੀ 130 ਕਰੋੜ ਜਨਤਾ ਦੇ ਪ੍ਰਧਾਨ ਮੰਤਰੀ ਹੈ, ਨਾ ਕਿ ਮੋਦੀ ਜੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਹੈ। ਮੋਦੀ ਜੀ ਸਾਰੇ ਮੁੱਖ ਮੰਤਰੀਆਂ ਦੇ ਆਪਣੇ ਅੱਗੇ ਪ੍ਰਾਈਮ ਮਿਨਿਸਟਰ ਹੈ, ਨਾ ਕਿ ਕੇਵਲ ਬੀਜੇਪੀ ਦੇ ਮੁੱਖ ਮੰਤਰੀਆਂ ਦੇ ਹੈ। ਸਾਡੀ ਸੋਚ ਐਸੀ ਸੀ, ਅਸੀਂ ਵੀ ਚਾਹੁੰਦੇ ਹਾਂ ਕਾਂਗਰਸ ਜਿਹੜੇ ਸ਼ਾਸਿਤ ਜਿਹੜੇ ਆਪਣੇ ਪ੍ਰਦੇਸ਼ ਹੈ ਉਹਨਾਂ ਨੂੰ ਸਾਰੀ ਜਨਤਾ ਨੂੰ ਇੱਕਸਾਰ ਆਪਣੇ ਟ੍ਰੀਟਮੈਂਟ ਕਰਨੀ ਚਾਹੀਦੀ ਹੈ। ਤਦ ਸਾਡਾ ਦੇਸ਼ ਤਰੱਕੀ ਕਰੇਗਾ, ਸਾਡੀ ਸਟੇਟ ਤਰੱਕੀ ਕਰੇਗੀ, ਸਾਡੇ ਜ਼ਿਲ੍ਹੇ ਤਰੱਕੀ ਕਰਨਗੇ। ਅੱਛਾ, ਹੁਣ ਜਾਣ ਲੱਗਿਆ ਤੁਹਾਨੂੰ ਪੂਰਾ ਸਮਾਂ ਦਿੱਤਾ, ਤੁਸੀਂ ਕੀ ਕਹਿਣਾ ਚਾਹੋਗੇ ਜਨਤਾ ਨੂੰ, ਤੇ ਕੀ ਕਹਿਣਾ ਚਾਹੋਗੇ ਕਿਸਾਨਾਂ ਨੂੰ, ਤੇ ਕੀ ਕਹਿਣਾ ਚਾਹੋਗੇ ਜਿਹੜੇ ਤੁਹਾਡੇ ਵਿਰੋਧੀ ਨੇ ਉਹਨਾਂ ਨੂੰ? ਦੇਖੋ, ਮੈਂ ਬੀਇੰਗ ਦਾ ਪੰਜਾਬ ਨਿਵਾਸੀ ਸਾਰੇ ਪੰਜਾਬ ਨਿਵਾਸੀਆਂ ਨੂੰ ਇਹ ਮੈਸੇਜ ਦੇਣਾ ਚਾਹਾਂਗਾ, ਸਾਡੇ ਇੰਨੇ ਸੋਹਣੇ ਪੰਜਾਬ ਨੇ ਜਿਹੜਾ ਪੂਰੇ ਵਰਲਡ ਦੇ ਵਿੱਚ ਇੰਨਾ ਮਸ਼ਹੂਰ ਹੈ, ਇੰਨਾ ਸੰਤਾਪ ਹੋ ਗਿਆ। ਆਤੰਕਵਾਦ ਦੇ ਦੌਰਾਨ ਕਿੰਨੇ ਨੇਤਾਵਾਂ ਦਾ ਇੱਥੇ ਉਹ ਹੋਇਆ, ਕੋਵਿਡ ਬਿਮਾਰੀ ਕਰਕੇ ਸਾਡੇ ਪੰਜਾਬ ਦੇ ਵਿੱਚ ਇੰਡਸਟਰੀ ਬਿਜ਼ਨਸ ਠੱਪ ਹੋ ਗਏ ਨੇ ਔਰ ਅੱਜ ਵਪਾਰੀ ਖੜਾ ਨਹੀਂ ਹੋ ਸਕਿਆ। ਸੋ ਆਪਾਂ ਨੂੰ ਹਰ ਰੋਜ਼ ਦਾ ਇਹ ਹੱਲਾ ਗੁੱਲਾ ਬੰਦ ਕਰਨਾ ਚਾਹੀਦਾ। ਅਮਨ ਸ਼ਾਂਤੀ ਦੇ ਨਾਲ ਸਾਰਿਆਂ ਨੂੰ ਘੱਟੋ ਘੱਟ ਕਾਮਨ ਮਿਨੀਮਮ ਪ੍ਰੋਗਰਾਮ 'ਚ ਇੱਕ ਪਲੇਟਫਾਰਮ 'ਤੇ ਇਕੱਠਾ ਹੋਣਾ ਚਾਹੀਦਾ ਔਰ ਅਗਰ ਕੋਈ ਗਲਤੀ ਹੈ ਸਰਕਾਰ ਨੂੰ ਉਸ ਚੀਜ਼ ਨੂੰ ਸਵੀਕਾਰ ਕਰਨਾ ਚਾਹੀਦਾ। ਹਰ ਰੋਜ਼ ਇਹ ਬੰਦ, ਹਰ ਰੋਜ਼ ਦੀਆਂ ਬਿਮਾਰੀਆਂ, ਬਿਜ਼ਨਸ ਪਹਿਲਾਂ ਵੀ ਤਬਾਹ ਸੀ ਹੋਰ ਤਬਾਹ ਹੋ ਜਾਣਗੇ। ਇਸ ਨੂੰ ਅਮਨ ਸ਼ਾਂਤੀ ਨੂੰ ਦੇਖਦੇ ਹੋਏ ਔਰ ਆਪਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਐਸਾ ਉਰੇ ਆਪਣੀ ਆਪਸ ਦੇ ਵਿੱਚ ਭਾਈਚਾਰਾ ਬਣਾਉਣਾ ਚਾਹੀਦਾ ਔਰ ਸਰਕਾਰ ਦੇ ਉੱਤੇ ਮਿਲ ਕੇ ਪ੍ਰੈਸ਼ਰ ਪਾਉਣਾ ਚਾਹੀਦਾ ਆਲ ਪਾਰਟੀਜ਼ ਨੂੰ ਵੀ ਜੇ ਕੋਈ ਗਲਤ ਕਰ ਰਿਹਾ ਤਾਂ ਹੋਣਾ ਨਹੀਂ ਚਾਹੀਦਾ ਔਰ ਕਿਸੇ ਵੀ ਸਰਕਾਰ ਨੂੰ ਇੱਥੇ ਵਿਤਕਰਾ ਨਹੀਂ ਕਰਨਾ ਚਾਹੀਦਾ, ਚਾਹੇ ਉਹ ਕੋਈ ਪਾਰਟੀ ਹੋਵੇ, ਕੋਈ ਮਜ਼ਹਬ ਹੋਵੇ, ਕੋਈ ਧਰਮ ਹੋਵੇ। ਔਰ ਕਿਸਾਨ ਭਰਾਵਾਂ ਨੂੰ ਵੀ ਮੈਂ ਅਪੀਲ ਕਰ ਰਿਹਾ, ਤੁਸੀਂ ਸਾਡੇ ਅੰਨਦਾਤਾ ਹੋ, ਅੰਨਦਾਤਾ ਸੀ, ਅੰਨਦਾਤਾ ਰਹੋਗੇ। ਤੁਸੀਂ ਵਪਾਰੀਆਂ ਦੇ ਵੀ ਅੰਨਦਾਤਾ ਹੋ, ਤੁਹਾਡੇ ਕਰਕੇ ਵਪਾਰ ਚੱਲਦਾ। ਅਸੀਂ ਕਿਸੇ ਕੀਮਤ ਤੁਹਾਨੂੰ ਅਸੀਂ ਡਿਸਟਰਬ ਨਹੀਂ ਕਰਨਾ ਚਾਹੁੰਦੇ, ਪਰ ਸਾਡੀ ਇਹ ਬੇਨਤੀ ਹੈ ਕਿ ਆਪਾਂ ਆਪਸ ਇੰਨੇ ਸੰਯਮ ਨਾਲ ਚੱਲੀਏ। ਤੁਹਾਡਾ ਕੋਈ ਫਾਇਦਾ ਅੰਦੋਲਨ ਦਾ ਦੂਸਰੀ ਵਿਰੋਧੀ ਸਿਆਸੀ ਪਾਰਟੀ ਨਾ ਲਵੇ। ਇਸ ਕਿਸਾਨ ਭਰਾਵਾਂ ਨੂੰ ਇੰਨੀ ਅਪੀਲ ਕਰਦਾ, ਆਪਣੇ ਮੋਢੇ 'ਤੇ ਰੱਖ ਕੇ ਇਹਨਾਂ ਦੂਜੀ ਵਿਰੋਧੀ ਪਾਰਟੀਆਂ ਨੂੰ, ਕਾਂਗਰਸ, ਅਕਾਲੀ ਦਲ, ਆਪ ਨੂੰ ਮੌਕਾ ਨਾ ਦਿਓ ਔਰ ਪੰਜਾਬ ਦੀ ਅਮਨ ਸ਼ਾਂਤੀ ਕਾਇਮ ਰਹੇ। ਧੰਨਵਾਦ। ਸੋ ਅਗਰਵਾਲ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਭੁਪੇਸ਼ ਅਗਰਵਾਲ ਜੀ, ਪੰਜਾਬ ਸੂਬੇ ਦੇ ਬੁਲਾਰੇ ਨੇ ਭਾਰਤੀ ਜਨਤਾ ਪਾਰਟੀ ਦੇ। ਬੜੀ ਬੇਬਾਕੀ ਦੇ ਨਾਲ ਆਪਣੀ ਰਾਏ ਰੱਖੀ ਹੈ, ਇੱਕ ਇੱਕ ਪੁਆਇੰਟ ਦੇ ਉੱਤੇ ਇਹਨਾਂ ਨੇ ਪੂਰਾ ਜਿਹੜਾ ਜ਼ੋਰਦਾਰ ਢੰਗ ਦੇ ਨਾਲ ਜਿਹੜਾ ਉਹਦਾ ਜਵਾਬ ਦਿੱਤਾ ਆਪਣੇ ਵਿਰੋਧੀਆਂ ਨੂੰ। ਤੇ ਜਿਹੜੇ ਸਵਾਲ ਕਰਦੇ ਨੇ ਭਾਰਤੀ ਜਨਤਾ ਪਾਰਟੀ ਦੇ ਕੰਮਾਂ ਨੂੰ ਲੈ ਕੇ, ਭਾਰਤੀ ਜਨਤਾ ਪਾਰਟੀ ਵੱਲੋਂ ਪਾਸ ਕੀਤੇ ਗਏ ਬਿੱਲਾਂ ਨੂੰ ਲੈ ਕੇ, ਭਾਰਤੀ ਜਨਤਾ ਪਾਰਟੀ ਵੱਲੋਂ ਲਏ ਗਏ ਫੈਸਲਿਆਂ ਨੂੰ ਲੈ ਕੇ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ? ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।